ਵੱਡੜੈ ਚਾਲ ਚਲੁੰਬਲੈ, ਨਾ ਵੜਾ ਲਈਐ ਕਿਸ। ਨਾਉ ਲਈਐ ਪਰਮੇਸ਼ਰੈ, ਭੰਨਣ ਘੜਨ ਸਮਰੱਥ। ਅਮੇ ਦਿਸ਼ਟ ਸ਼ੁਭ ਕਰੈ, ਹਰੈ ਅਘ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰਹਿ ਖੋਵੈ। ਗੁਰ ਨਵ ਨਿਧ ਦਰਿਆਓ, ਜਨਮ ਹਮ ਕਾਲਖ ਧੋਵੈ। ਸੁਕਹੋ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਅਗੰਮ ਅਗੋਚਰ ਕੀਮਤ ਨਹੀਂ ਪਾਈ, ਗੁਰ ਪ੍ਰਸਾਦੀ ਮਨ ਵਸਾਈ। ਸਦਾ ਸ਼ਬਦ ਸਾਲਾਹੀ ਗੁਣ ਦਾਤਾ, ਲੇਖਾ ਕੋਈ ਨਾ ਮੰਗੈ ਤਾਹੇ। ਬ੍ਰਹਮਾ ਵਿਸ਼ਨ ਰੁਦਰ ਤਿਸ ਕੀ ਸੇਵਾ, ਅੰਤ ਨ ਪਾਵਹਿ ਅਲਖ ਅਭੇਵਾ। ਜਿਨ ਕਉ ਨਦਰ ਕਰਹਿ ਤੂੰ ਆਪਣੀ, ਗੁਰਮੁਖ ਅਲਖ ਲਖਾਹੇ। ਪੂਰਾ ਸਤਿਗੁਰ ਸੋਝੀ ਪਾਈ, ਏਕੋ ਨਾਮ ਮਨ ਵਸਾਈ। ਨਾਮ ਜਪੀ ਤੈ ਨਾਮ ਧਿਆਈ, ਮਹਿਲ ਪਾਏ ਗੁਣ ਗਾਹੇ। ਸੇਵਕ ਸੇਵਹਿ ਮਨ ਹੁਕਮ ਅਪਾਰਾ, ਮਨ ਮੁਖ ਹੁਕਮ ਨ ਜਾਣਹਿ ਸਾਰਾ। ਹੁਕਮੇ ਮੰਨੇ ਹੁਕਮੇ ਵਡਿਆਈ, ਹੁਕਮੇ ਵੇ ਪਰਵਾਹੇ। ਗੁਰ ਪ੍ਰਸਾਦੀ ਹੁਕਮ ਪਛਾਣ, ਤਾਵਤ ਰਾਖੈ ਇਕਤ ਘਰ ਆਣੈ। ਨਾਮੇ ਰਾਤਾ ਸਦਾ ਬੈਰਾਗੀ, ਨਾਮ ਰਤਨ ਮਨ ਤਾਹੇ। ਸਭ ਜਗ ਮਹਿ ਵਰਤੈ ਏਕੋ ਸੋਈ, ਗੁਰ ਪ੍ਰਸਾਦੀ ਪ੍ਰਗਟ ਹੋਈ। ਸ਼ਬਦ ਸਲਾਹ ਹੈ ਸੇ ਜਨ ਨਿਰਮਲ, ਨਿਜ ਘਰ ਵਾਸਾ ਤਾਹੇ। ਸਦਾ ਭਗਤ ਤੇਰੀ ਸ਼ਰਨਾਈ,
अगम अगोचर कीमत नहीं पाई। ज्यों तुध पावहें त्यों तू राखहें। गुरमुख नाम त्याहे। सदा सदा तेरे गुण गावा। साचे साहिब तेरा मन पावा। नानक साच कह बेनंती। सच देव हो सच समाहे। सदा सदा तेरे गुण गावा। साचे साहिब तेरा मन पावा। नानक साच कह बेनंती। सच देव हो सच समाहे। वाहिगुरु जी का खालसा वाहिगुरु जी की फतेह। मारू राग अंदर धन धन साहिब श्री गुरु अमरदास पातशाह जी दे मुबारक बचन। मारू महला तीजा। इस पावन शब्द दे 16 पदियां दे विचों आरंभ दे 8 पदियां दे विचार कल भाई साहब जी पासों सरवण कीती सी। अंतले 8 पदियां दे विचार सरवण करवा रहे हैं सिंह साहिब ज्ञानी जसबीर सिंह जी। सो आओ 2 दिन की हाजरी उपरंत भाई साहब की अज विदायगी है। समूह प्रबंधक जना वालों समुची संगत वालों भाई साहब का बहुत बहुत धन्यवाद। आओ बड़े प्यार शरधा पह भावनी अकीदत नाल सतगुरु जी के पावन शब्दों के विचार सरवण करिए जी। वाहिगुरु जी का खालसा वाहिगुरु जी की फतेह। सतनाम जी। जब लो नहीं भाग ललारे उदय। तब लो भ्रमते फिरते बहुतायो। काल घोर समुद्र में बूढ़ थे। कबहू मिट है नहीं रे पछतायो। तत् विचार यह मथुरा। जग तारन को अवतार बनायो। जपियो जिन अर्जन देव गुरु। फिर बहुर गर्भ संकट गर्भ न आयो। बाणी गुरु गुरु है बाणी। विच बाणी अमृत सारे। गुरबाणी कहे सेवक जन मानै। परतख गुरु निस्तारे। सज्जन सच्चा पातशाहो। सिर साहां दे साहो। जिस पास बैठिया सो ही है। सबना दा वेसाहो। सतनाम श्री वाहिगुरु साहिब जी। आगम अगोचर कीमत नहीं पाई। गुर प्रसादी मन वसाई। सदा शब्द सलाही गुणदाता। लेखा कोई न मंगता है। आगम अगोचर कीमत नहीं पाई। सतगुरु गरीब नवाज पतित पावन भगत वत्सल किरपा दे खजाने। जुगो जुग अटल सतगुरु धन गुरु ग्रंथ साहब सच्चे पातशाह जी दे पावन दरबार विच
ਅਠਵੇਂ ਪਾਤਸ਼ਾਹ ਕਰਨ ਕਾਰਨ ਹਾਰ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰੂ ਕੀਆਂ ਸਿੱਖ ਸੰਗਤਾਂ ਦਰਸ਼ਨ ਦੀਦਾਰੇ ਕਰ ਰਹੇ ਹੋ। ਬਹੁਤ ਸਾਰੀਆਂ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਹੀ ਹਾਜ਼ਰੀਆਂ ਭਰੀਆਂ, ਸਫਾਈ ਦੀ ਸੇਵਾ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਏ ਹੋਏ ਸ੍ਰੀ ਮੁਖ ਵਾਕ ਸਰਵਣ ਕੀਤੇ। ਉਪਰੰਤ ਤੁਰਕੀ ਬਾਣੀ ਦਾ ਮਨੋਹਰ ਕੀਰਤਨ ਹੋਇਆ। ਸਤਿਗੁਰੂ ਜੀ ਦੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ। ਹੁਣ ਨਿਯਮ ਅਨੁਸਾਰ ਗੁਰੂ ਕੀ ਚੱਲ ਰਹੀ ਲੜੀਵਾਰ ਕਥਾ ਦਾ ਸਮਾਂ ਹੈ। ਸਰਬੱਤ ਸੰਗਤਾਂ ਮਨ ਚਿੱਤ ਬਿਰਤੀਆਂ ਜੋੜ ਕੇ ਸਤਿਗੁਰੂ ਦੀ ਬਾਣੀ ਨਾਲ ਜੁੜੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਰੱਥ ਗੁਰੂ ਆਪ ਰਹਿਮਤ ਕਰਕੇ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਜੋ ਇਸ ਲੋਕ ਦਾ ਵੀ ਪ੍ਰਲੋਕ ਦਾ ਵੀ ਸਾਡੇ ਵਾਸਤੇ ਸਾਥੀ ਹੋ ਸਕਦਾ ਹੈ, ਸਾਡੇ ਲਈ ਸੁਹੇਲਾ ਹੋ ਸਕਦਾ ਹੈ। ਇਸ ਲਈ ਇੱਥੇ ਹੀ ਨਹੀਂ, ਦੂਰ ਦਰੇਡੇ ਤੱਕ ਦੇਸ਼ ਔਰ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਦੇ ਰਾਹੀਂ ਗੁਰੂ ਕੀਆਂ ਸਿੱਖ ਸੰਗਤਾਂ ਕਥਾ ਕੀਰਤਨ ਨਾਲ ਜੁੜਦੀਆਂ ਨੇ। ਜੋ ਗੁਰੂ ਕੇ ਪਿਆਰੇ ਜੁੜੇ ਹੋਏ ਹੋ, ਸੁਭਾਉ ਹੀ ਆਓ। ਸਤਿਗੁਰੂ ਦੀ ਰਹਿਮਤ ਦੁਆਰਾ ਜੋ ਆਪਾਂ ਨੂੰ ਇਹ ਸੁਭਾਗ ਮਿਲਿਆ, ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਤਾਂ ਹੀ ਆਪਾਂ ਨੂੰ ਇਹ ਸਮਾਂ ਪ੍ਰਾਪਤ ਹੋਇਆ। ਕਿਉਂਕਿ ਮਨੁੱਖ ਦੀ ਜ਼ਿੰਦਗੀ ਵਿੱਚੋਂ ਕੁਝ ਪਲ, ਕੁਝ ਘੜੀਆਂ ਅਜਿਹੇ ਹੁੰਦੇ ਨੇ ਜੋ ਬੜੇ ਕੀਮਤੀ ਬਣ ਜਾਂਦੇ ਨੇ। ਸੋ ਸਤਿਗੁਰੂ ਜੀ ਦੀ ਮਹਿਮਾ ਕਰਦਿਆਂ ਹੋਇਆਂ ਕਵੀ ਜਨ ਫਰਮਾਉਂਦੇ ਨੇ, ਉਮਰ ਸੋਈ ਵਿੱਚ ਲੇਖੇ ਦੇ, ਜੋ ਯਾਦ ਸਾਈਂ ਦੀ ਗੁਜਰੇ ਪੈਂਦੀ ਮੋਜਰੇ। ਉਹ ਲੇਖੇ ਵਿੱਚ ਪੈਂਦੀ ਜਿਹੜੀ ਉਸ ਅਕਾਲ ਪੁਰਖ ਦੀ ਯਾਦ ਵਿੱਚ ਉਮਰ ਗੁਜ਼ਰ ਜਾਏ। ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕਰਨਾ, ਫਿਰ ਉਹ ਸਮਰੱਥ ਗੁਰੂ ਹੈ ਜਿਹਦੇ ਬਾਰੇ ਬਾਣੀ ਵਿੱਚ ਦਰਜ ਹੈ ਕਿ ਦੁਨੀਆ ਦੀ ਸਾਇੰਸ, ਦੁਨੀਆ ਦੇ ਵਿਦਵਾਨ ਸਿਆਣੇ, ਵੱਡੇ ਵੱਡੇ ਮੈਥਮੈਟੀਸ਼ੀਅਨ ਜੇ ਚਾਹਣ ਤਾਂ ਹੋ ਸਕਦਾ ਹੈ ਕਿ ਆਕਾਸ਼ ਵਿੱਚ ਵਰਦੀਆਂ ਹੋਈਆਂ ਬੂੰਦਾਂ ਨੂੰ ਧਰਤੀ ਤੇ ਪੈਣ ਤੋਂ ਪਹਿਲਾਂ ਉਹ ਗਿਣ ਲੈਣ। ਹੋ ਸਕਦਾ, ਔਖੀ ਗੱਲ ਹੈ, ਪਰ ਹੋ ਸਕਦਾ ਹੈ ਕੋਈ ਐਸੀ ਗਣਤ ਕੱਢ ਲਵੇ, ਉਹਨਾਂ ਨੂੰ ਗਿਣ ਸਕਦਾ ਹੈ। ਬਸੰਤ ਰੁੱਤ ਦੇ ਵਿੱਚ ਜਿੰਨੇ ਫੁੱਲ ਖਿੜਦੇ ਨੇ, ਹੋ ਸਕਦਾ ਕੋਈ ਗਿਣ ਲਵੇ। ਇਹ ਤਾਦਕ ਸਮੁੰਦਰ ਦੇ ਥਾਂ ਨੂੰ ਕੋਈ ਪਾ ਨਹੀਂ ਸਕਦਾ, ਪਰ ਬਹੁਤੀ ਸਾਇੰਸ ਤਰੱਕੀ ਕਰ ਲਵੇ, ਹੋ ਸਕਦਾ ਪਾ ਲਵੇ। ਸ਼ਿਵ ਜੀ ਦੀ ਬੜੀ ਵੱਡੀ ਸਮਾਧੀ ਮੰਨੀ ਗਈ ਆ, ਉਹਦਾ ਕੋਈ ਅੰਤ ਪਾ ਸਕਦਾ ਹੈ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਤੁਹਾਡੇ ਪਰਉਪਕਾਰ ਨੇ, ਤੁਹਾਡੇ ਗੁਣ ਨੇ, ਤੁਹਾਡਾ ਉਪਦੇਸ਼ ਹੈ, ਇਸ ਦੀ ਕੀਮਤ ਕੋਈ ਨਹੀਂ ਪਾ ਸਕਦਾ। ਕਨ ਹਰ ਬੂੰਦ ਬਾਸੁਰ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਵ ਸਾਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਣੈ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ। ਮਹਾਰਾਜ ਤੁਹਾਡੀ ਉਪਮਾ ਤਾਂ ਤੁਸੀਂ ਹੀ ਜਾਣਦੇ। ਇਸ ਲਈ ਉਸ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕਰਨੀ ਹੈ। ਸੋ ਆਓ ਕਥਾ ਤੋਂ ਪਹਿਲਾਂ ਮਨ ਬਿਰਤੀਆਂ ਕਦਰ ਕਰਨ ਲਈ ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਇਓ। ਦਾਸ ਹਮੇਸ਼ਾ ਹੀ ਇਹ ਬੇਨਤੀ ਕਰਦਾ ਹੁੰਦਾ ਹੈ ਕਿ ਭਾਈ ਫਤਿਹ ਗੁਰੂ ਦੀ ਹੈ ਤੇ ਜਾਪ ਗੁਰੂ ਦਾ ਹੈ। ਅਸੀਂ ਤੇ ਵਿੱਚ ਸਾਧਨ ਹਾਂ, ਸਾਡਾ ਤਾਂ ਭਲਾ ਹੀ ਹੋਣਾ ਹੈ, ਲਾਭ ਹੀ ਹੋਣਾ ਹੈ। ਇਸ ਲਈ ਫਤਿਹ ਬੁਲਾਉਣ ਤੋਂ ਸੰਕੋਚ ਨਹੀਂ ਕਰਨੀ। ਕਿਸੇ ਗੱਲ ਤੋਂ ਸੰਕੋਚ ਕਰ ਲਓ, ਕਿਸੇ ਮਾੜੇ ਕੰਮ ਤੋਂ ਸੰਕੋਚ ਕਰ ਲਓ, ਪਰ ਧਰਮ ਦਾ ਕਰਮ, ਗੁਰੂ ਕੀ ਫਤਿਹ, ਗੁਰੂ ਕਾ ਸਿਮਰਨ, ਇਹਦੇ ਤੋਂ ਸੰਕੋਚ ਕਿਉਂ ਕਰੀਏ ਭਾਈ। ਇਹ ਤੇ ਮੈਂ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਸਮਾਂ ਹੀ ਉਨਾ ਕੁ ਹੁੰਦਾ ਹੈ। ਇਹ ਤੇ ਕਿਤੇ ਇਕੱਲੇ ਹੀ ਹੋਵੇ ਨਾ, ਇਕੱਲੇ ਹੀ
ਬੰਦਾ ਕਈ ਵਾਰ ਇਕੱਲਾ ਨਿਰਾਸ਼ ਹੋ ਜਾਂਦਾ ਹੈ, ਉਪਰਾਮ ਹੋ ਜਾਂਦਾ ਹੈ, ਪਰ ਨਿਤਨੇਮ ਕਰਕੇ ਇਕੱਲਾ ਹੀ ਗੱਜ ਕੇ ਫਤਿਹ ਬੁਲਾ ਦੇਵੇ ਨਾ ਤੇ ਉਹਦਾ ਮਨ ਖੜਾਵਟ ਵਿੱਚ ਆ ਜਾਂਦਾ। ਐਸੀ ਫਤਿਹ ਹੈ ਗੁਰੂ ਦੀ। ਸੋ ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਕਿਰਪਾ ਕਰ ਰਹੇ ਹਨ ਧਿਆਨ ਨਾਲ ਸਰਵਣ ਕਰੀਏ। ਆਗਮ ਅਗੋਚਰ ਕੀਮਤ ਨਹੀਂ ਪਾਈ। ਉਹ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਵੀ ਆਗਮ ਗਿਣਤੀ ਤੋਂ ਪਰੇ ਨੇ, ਅਗੋਚਰ ਨੇ। ਉਹ ਸਾਡੇ ਗਿਆਨ ਤੇ ਸਾਡੇ ਧਿਆਨ ਤੋਂ ਸਾਡੇ ਵਸ ਵਿੱਚ ਆਉਣ ਵਾਲੇ ਨਹੀਂ। ਤੇ ਇਸ ਕਰਕੇ ਜਿਸ ਚੀਜ਼ ਦੀ ਗਿਣਤੀ ਹੋ ਜਾਵੇ ਨਾ, ਕੋਈ ਅਸੀਂ ਦੁਕਾਨ ਤੋਂ ਸੌਦਾ ਲੈਣਾ ਹੋਵੇ, ਸਮਾਨ ਲੈਣਾ ਹੋਵੇ, ਅਸੀਂ ਪਹਿਲਾਂ ਗਿਣਤੀ ਕਰਦੇ ਹਾਂ ਵੀ ਇੱਕ ਜਿਹੜੀ ਵਸਤੂ ਹੈ ਉਹ ਇੰਨੇ ਰੁਪਇਆਂ ਦੀ ਆ ਤੇ ਕਿੰਨੀਆਂ ਵਸਤੂਆਂ ਹੋ ਗਈਆਂ, ਤੇ ਉਹਦਾ ਫਿਰ ਮੁੱਲ ਜੋੜ ਲਿਆ ਜਾਂਦਾ ਵੀ ਹਾਂ ਇੰਨੀਆਂ ਹੋ ਗਈਆਂ, ਇਹਦਾ ਇੰਨਾ ਮੁੱਲ ਬਣ ਗਿਆ। ਤੇ ਮਹਾਰਾਜ ਕਹਿੰਦੇ ਜਦੋਂ ਹੈ ਹੀ ਆਗਮ, ਉਹਦੀ ਗਿਣਤੀ ਹੋਈ ਨਹੀਂ ਹੋ ਸਕਦੀ, ਅਥਾਹ ਹੈ ਤੇ ਅਗੋਚਰ ਹੈ, ਸਾਡੇ ਗਿਆਨ ਤੋਂ ਵੀ ਪਰੇ ਹੈ, ਫਿਰ ਕੀਮਤ ਕਿਵੇਂ ਪਾਵਾਂ? ਕੀਮਤ ਤਾਂ ਪਵੇ ਨਾ ਜੇ ਸਾਡੇ ਘੇਰੇ 'ਚ ਆ ਸਕੇ, ਜਿਹਨੂੰ ਅਸੀਂ ਕਿਸੇ ਖੇਤਰਫਲ ਦੇ ਵਿੱਚ ਲਿਆ ਕੇ ਗਿਣ ਸਕੀਏ, ਤਾਂ ਹੀ ਉਹਦੀ ਕੀਮਤ ਪਾ ਸਕਦੇ ਹਾਂ। ਇਸ ਵਾਸਤੇ ਮਹਾਰਾਜ ਕਹਿੰਦੇ ਨਹੀਂ ਭਾਈ, ਸੋਚਿਆ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ ਸੋਚੀ ਜਾ, ਤੇਰੀਆਂ ਸੋਚਾਂ ਦੇ ਵਿੱਚ ਇਹ ਨਹੀਂ ਆ ਸਕਦਾ। ਇਸ ਵਾਸਤੇ ਉਹ ਅਗੰਮ ਹੈ, ਗਮਤਾ ਤੋਂ ਪਰੇ ਹੈ, ਥਾਂ ਤੋਂ ਪਰੇ ਹੈ, ਮਿਣਿਆ ਜਾਣ ਤੋਂ ਡੰਗਾਈ ਮਾਪਣ ਤੋਂ ਪਰੇ ਹੈ। ਇਹ ਸਮੁੰਦਰ ਹੈ ਗੁਣਾਂ ਦਾ ਭਰਿਆ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ। ਇਹਦੇ ਵਿੱਚ ਤੇ ਭਾਈ ਜਿੰਨੇ ਗੁਣ ਪ੍ਰਾਪਤ ਕਰ ਲਈਏ, ਜਿਵੇਂ ਪੰਛੀ ਆਕਾਸ਼ ਵਿੱਚ ਉਡਾਰੀਆਂ ਮਾਰਦੇ ਨੇ, ਆਨੰਦ ਲੈਂਦੇ ਨੇ, ਪਰ ਜੇ ਕੋਈ ਪੰਛੀ ਭੁਲੇਖਾ ਖਾਵੇ ਕਿ ਮੇਰੀ ਉਡਾਰੀ ਬਹੁਤ ਵੱਡੀ ਹੈ ਤੇ ਮੈਂ ਆਕਾਸ਼ ਨੂੰ ਮਾਪ ਸਕਦਾ, ਇੱਕ ਸਿਰੇ ਤੋਂ ਦੂਜੇ ਸਿਰੇ ਤੇ ਜਾ ਸਕਦਾ, ਨਹੀਂ ਜਾ ਸਕਦਾ। ਇਸੇ ਤਰ੍ਹਾਂ ਸਮੁੰਦਰਾਂ ਦੇ ਵਿੱਚ ਬੜੇ ਪਦਾਰਥ ਨੇ, ਪਦਾਰਥ ਖੋਜੇ ਜਾ ਸਕਦੇ ਨੇ, ਪਰ ਜੇ ਕੋਈ ਕਵੇ ਕਿ ਮੈਂ ਸਮੁੰਦਰ ਦਾ ਥਾਹ ਪਾਵਾਂ ਵੀ ਉਹਦੇ 'ਚ ਕਿੰਨਾ ਪਾਣੀ ਆ, ਕਿੰਨੀ ਡੂੰਘਾਈ ਆ, ਕਿੰਨੇ ਪਦਾਰਥ ਨੇ, ਇਹ ਵੀ ਨਹੀਂ ਕੋਈ ਪਾ ਸਕਦਾ। ਸੋ ਇਸ ਵਾਸਤੇ ਐਸੇ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅੰਤ ਗੁਣ ਨੇ। ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰ ਨਾ ਸਾਕੋ, ਤੂੰ ਠਾਕਰ ਊਚ ਭਗਵਾਨ। ਇਸ ਲਈ ਉਸ ਅਕਾਲ ਪੁਰਖ ਦੇ ਗੁਣਾਂ ਦੇ, ਉਸ ਦੀ ਮਹਿਮਾ ਦੇ, ਉਸ ਦੀ ਵਡਿਆਈ ਦੇ, ਉਸ ਦੇ ਪਰਉਪਕਾਰ ਦੇ ਅਸੀਂ ਉਸ ਦੀ ਗਣਤ ਨਹੀਂ ਕਰ ਸਕਦੇ, ਤੇ ਇਸ ਲਈ ਉਸ ਦੀ ਕੀਮਤ ਵੀ ਨਹੀਂ ਪਾਈ ਜਾ ਸਕਦੀ। ਗੁਰ ਪ੍ਰਸਾਦੀ ਮਨ ਵਸਾਈ। ਫਿਰ ਕੀ ਹੋ ਸਕਦਾ ਹੈ ਕਿ ਉਸ ਦੇ ਗੁਣ ਗਾਉਣੇ ਨਹੀਂ ਚਾਹੀਦੇ? ਨਹੀਂ ਭਾਈ, ਜਦੋਂ ਪ੍ਰਭੂ ਦੇ ਗੁਣ ਗਾਵਾਂਗੇ ਤੇ ਪ੍ਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਸਾਡਾ ਆਪਣਾ ਮਨ ਨਿਰਮਲ ਹੋਵੇਗਾ, ਸਾਡੇ ਆਪਣੇ ਉੱਪਰ ਸਤਿਗੁਰੂ ਦੇ ਪਰਉਪਕਾਰਾਂ ਦਾ ਬਹੁਤ ਵੱਡਾ ਪ੍ਰਭਾਵ ਹੋਵੇਗਾ, ਉਸ ਦੀ ਮਿਹਰ ਹੋਵੇਗੀ। ਤੇ ਜਦੋਂ ਗੁਰੂ ਦੀ ਮਿਹਰ ਹੋ ਗਈ, ਗੁਰੂ ਦੀ ਪ੍ਰਸਾਦ ਕਿਰਪਾ ਹੋ ਗਈ, ਤੇ ਫਿਰ ਇਹ ਪ੍ਰਮਾਤਮਾ ਦੇ ਪਰਉਪਕਾਰ, ਪ੍ਰਮਾਤਮਾ ਦਾ ਉਹ ਉਜਲ ਨਾਮ ਸਾਡੇ ਹਿਰਦੇ ਵਿੱਚ ਵਸ ਜਾਵੇਗਾ। ਸਦਾ ਸ਼ਬਦ ਸਲਾਹੀ ਗੁਣ ਦਾਤਾ। ਸਦਾ ਉਸ ਜੇ ਹਿਰਦੇ ਵਿੱਚ ਨਾਮ ਵਸ ਜਾਵੇ ਤੇ ਬੇਅੰਤ ਅਨੰਤ ਸ਼ਕਤੀਆਂ ਦਾ ਮਾਲਕ ਮਨੁੱਖ ਵੀ ਬਣ ਜਾਂਦਾ। ਤੇ ਫਿਰ ਕੀ ਕਰੇ? ਕਹਿੰਦੇ ਭਾਈ ਫਿਰ ਜਿਹੜੇ ਸ਼ਬਦ ਤੋਂ ਇਹ ਸ਼ਕਤੀ ਮਿਲੀ ਹੈ ਨਾ, ਉਸ ਸ਼ਬਦ ਨੂੰ ਗਾਉਣਾ ਕਰੇ, ਉਸ ਸ਼ਬਦ ਦੀ ਵੀ ਵਡਿਆਈ ਕਰੇ, ਆਪਣੀ ਵਡਿਆਈ ਨਾ ਕਰਾਉਣ ਲੱਗ ਪਏ। ਤੇ ਮਹਾਰਾਜ ਕਹਿੰਦੇ ਭਾਈ ਇਹ ਤੇ ਆਪਾਂ ਜਾਣਦੇ ਹਾਂ ਕਿ ਦੇਣ ਵਾਲਾ ਪਰਮਾਤਮਾ ਹੈ, ਸਾਰਿਆਂ ਨੂੰ ਦਾਤਾਂ ਉਹ ਦਿੰਦਾ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿਨ ਦੇ ਤੋਟ ਨਾ ਆਵੇ ਗਣਤ ਭਰੇ ਭੰਡਾਰ। ਉਹ ਦਾਤਾਂ ਦਿੰਦਾ ਨਾ, ਤੇ ਜੇ ਉਹਦੀਆਂ ਦਾਤਾਂ ਵਿੱਚੋਂ ਅੱਗੇ ਥੋੜੀਆਂ ਬਹੁਤ ਵਰਤਾ ਕੇ ਕੋਈ ਦਾਤਾ ਬਣ ਕੇ ਬਹਿ ਜਾਏ ਤੇ ਮੈਂ ਦਾਤਾ ਹਾਂ,
ਮੈਂ ਸਭ ਨੂੰ, ਕਿੰਨੇ ਲੋਕਾਂ ਨੂੰ ਮੈਂ ਦਾਤ ਦਿੰਦਾ ਹਾਂ, ਕਿੰਨਿਆਂ ਨੂੰ ਮੈਂ ਮਾਇਆ ਦਿੰਦਾ ਹਾਂ, ਕਿੰਨਿਆਂ ਨੂੰ ਮੈਂ ਅੰਨ ਦਿੰਦਾ ਹਾਂ। ਮਹਾਰਾਜ ਕਹਿੰਦੇ ਹੋ ਸਕਦਾ ਹੈ ਕੋਈ ਬਹੁਤ ਅਮੀਰ ਲੋਕ ਅਜਿਹਾ ਕਰਦਾ ਹੋਵੇ, ਪਰ ਯਾਦ ਰੱਖ ਜੇ ਕੋ ਹੋਏ ਬਹਿ ਦਾਤਾਰ ਤੇ ਦੇਣ ਹਾਰ ਜਾਣੈ ਗਾਵਾਰ। ਜੇ ਕੋਈ ਆਪੋਂ ਦਾਤਾ ਬਣ ਕੇ ਬਹਿ ਜਾਵੇ ਨਾ ਤੇ ਉਹ ਮਾਲਕ ਜਿਹੜਾ ਉਹਨੂੰ ਸਮਝ ਲੈਂਦਾ ਵੀ ਇਹ ਬੇਸਮਝ ਹੈ, ਤੇ ਫਿਰ ਜਦੋਂ ਉਹਦੀਆਂ ਦਾਤਾਂ ਦਿੱਤੀਆਂ ਤੇ ਪਰਉਪਕਾਰ ਨੂੰ ਭੁੱਲ ਜਾਂਦਾ, ਜਾਣਦਾ ਹੀ ਨਹੀਂ, ਤੇ ਫਿਰ ਉਹਦੀਆਂ ਵਡਿਆਈਆਂ ਚੰਗਿਆਈਆਂ ਨਾ ਕਰਨ ਕਰਕੇ ਕਈ ਵਾਰ ਉਹ ਦਾਤਾਂ ਖੁੱਸ ਵੀ ਜਾਂਦੀਆਂ। ਜਾ ਕੋ ਆਪ ਖਵਾਏ ਕਰਤਾ ਖੁੱਸ ਲਏ ਚੰਗਿਆਈ, ਉਹਦੇ ਵਿੱਚੋਂ ਚੰਗਿਆਈ ਕੱਢ ਲੈਂਦਾ ਤੇ ਫਿਰ ਖਵਾਰੀ ਉਹ ਪੱਲੇ ਰਹਿ ਜਾਂਦੀ ਹੈ। ਇਸ ਕਰਕੇ ਉਸ ਦੇਨਹਾਰ ਦਾਤਾਰ ਦੀ ਵਡਿਆਈ ਕਰੇ, ਉਸ ਸ਼ਬਦ ਦੀ ਰੱਦ ਨਾ ਕਰੇ ਤੇ ਉਸੇ ਦੀ ਮਹਿਮਾ ਕਰੇ, ਉਸ ਅਕਾਲ ਪੁਰਖ ਦੀ। ਲੇਖਾ ਕੋਏ ਨ ਮੰਗੈ ਤਾਹਾ ਹੈ, ਤਾਹਾ ਨਾਮ ਹੈ ਦੂਜੇ ਦਾ। ਕਹਿੰਦੇ ਜਦੋਂ ਫਿਰ ਪਰਮਾਤਮਾ ਦਾ ਨਾਮ ਭਜਨ ਸਿਮਰਨ ਵਡਿਆਈ ਵਿੱਚ ਲੱਗ ਗਿਆ, ਫਿਰ ਕੋਈ ਉਹਦੇ ਤੋਂ ਲੇਖਾ ਨਹੀਂ ਮੰਗਦਾ। ਚਿੱਤਰ ਗੁਪਤ ਜੋ ਲਿਖਦੇ ਲੇਖਾ, ਭਗਤ ਜਨਾਂ ਕੋ ਦ੍ਰਿਸ਼ਟ ਨਾ ਪੇਖਾ। ਮਹਾਰਾਜ ਦੀ ਬਾਣੀ ਫਰਮਾਉਂਦੀ ਹੈ ਕਿ ਜਿਹੜੇ ਭਗਤ ਜਨ ਹੈ ਨਾ, ਸੱਚੀ ਭਗਤੀ ਕਰਨ ਵਾਲੇ ਪਰਮਾਤਮਾ ਦੇ, ਇਹ ਜਿਹੜਾ ਜਮ ਹੈ ਉਹਨਾਂ ਵੱਲ ਅੱਖ ਚੁੱਕ ਕੇ ਵੀ ਨਹੀਂ ਦੇਖ ਸਕਦਾ। ਭਗਤ ਜਨਾਂ ਕੋ ਦ੍ਰਿਸ਼ਟ ਨਾ ਪੇਖਾ, ਦ੍ਰਿਸ਼ਟ ਨਾਮ ਵੀ ਦੇਖਣ ਦਾ ਤੇ ਪੇਖਾ ਨਾਮ ਵੀ ਦੇਖਣ ਦਾ। ਇਸ ਕਰਕੇ ਮਹਾਰਾਜ ਕਹਿੰਦੇ ਅੱਖ ਚੱਕ ਕੇ ਨਹੀਂ ਦੇਖ ਸਕਦਾ। ਚਿੱਤਰ ਗੁਪਤ ਜਦੋਂ ਲਿਖਦੇ ਲੇਖਾ, ਚਿੱਤਰ ਗੁਪਤ ਸਭ ਲਿਖਦੇ ਲਿਖ, ਸਾਰਾ ਲੇਖਾ ਲਿਖਦੇ ਨੇ, ਹਿਸਾਬ ਕਿਤਾਬ ਰੱਖਦੇ ਨੇ, ਪਰ ਭਗਤ ਜਨਾਂ ਕੋ ਦ੍ਰਿਸ਼ਟ ਨਾ ਪੇਖਾ। ਜਿਹੜੇ ਪ੍ਰਭੂ ਦੀ ਭਗਤੀ ਕਰਦੇ ਨੇ, ਪ੍ਰਭੂ ਦੇ ਨਾਮ ਵਿੱਚ ਰੰਗੇ ਹੋਏ ਨੇ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ, ਹੋਰਨਾਂ ਨੂੰ ਨਾਮ ਜਪਾਉਂਦੇ ਨੇ, ਉਹਨਾਂ ਵੱਲ ਅੱਖ ਚੱਕ ਕੇ ਜੰਮ ਨਹੀਂ ਦੇ ਸਕਦਾ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਲੇਖਾ ਕੋਏ ਨ ਮੰਗੈ ਤਾਹਾ ਹੈ। ਉਹਨਾਂ ਤੋਂ ਭਾਈ ਦੂਜਾ ਕੋਈ ਲੇਖਾ ਮੰਗਣ ਵਾਲਾ ਰਹਿ ਹੀ ਨਹੀਂ ਜਾਂਦਾ, ਕਿਉਂਕਿ ਉਹ ਤੇ ਹਰ ਹਰ ਜਨ ਦੁਈ ਏਕ ਹੈ। ਬਿਰਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਾਲੀ ਵਿਖੈ ਸਮਾਏ। ਉਹਦੇ ਵਿੱਚ ਹੀ ਸਮਾ ਜਾਂਦੇ ਫਿਰ ਲੇਖਾ। ਜਿਹਨੇ ਲੇਖਾ ਪੈਦਾ ਕੀਤਾ, ਜਿਹਨੇ ਲੇਖਾਕਾਰ ਪੈਦਾ ਕੀਤੇ, ਤੇ ਜੇ ਉਹਦੇ ਵਿੱਚ ਹੀ ਸਮਾ ਗਿਆ, ਲੇਖਾ ਮੰਗੇਗਾ ਕੌਣ? ਕੋਈ ਉਹਨਾਂ ਤੋਂ ਲੇਖਾ ਨਹੀਂ ਮੰਗ ਸਕਦਾ। ਬ੍ਰਹਮਾ ਬਿਸ਼ਨ ਰੁਦਰ ਤਿਸ ਕੀ ਸੇਵਾ। ਜਿਹੜੇ ਵੱਡੇ ਵੱਡੇ ਦੇਵਤੇ ਮੰਨੇ ਗਏ ਨਾ, ਮਹਾਰਾਜ ਕਹਿੰਦੇ ਲਓ ਭਾਈ ਉਹਨਾਂ ਦੀ ਗੱਲ ਵੀ ਸੁਣ ਲਓ। ਬ੍ਰਹਮਾ, ਵਿਸ਼ਨੂੰ, ਸ਼ਿਵ ਜੀ, ਇਹ ਬੜੇ ਪ੍ਰਚਲਿਤ ਹੋਏ, ਇਹਨਾਂ ਨੇ ਆਪਣੀ ਵਡਿਆਈ ਵੀ ਦੁਨੀਆ ਵਿੱਚ ਕਰਵਾਈ, ਪਰ ਅਸਲੀਅਤ ਕੀ ਹੈ? ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜਿਹੜਾ ਬ੍ਰਹਮਾ ਜੀ ਹੈ, ਵਿਸ਼ਨੂੰ ਜੀ ਹੈ, ਇਹ ਅਕਾਲ ਪੁਰਖ ਦੀ ਸੇਵਾ 'ਚ ਲੱਗੇ ਹੋਏ, ਸੇਵਾਦਾਰ ਰੱਖੇ ਹੋਏ ਨੇ ਪਰਮਾਤਮਾ ਨੇ। ਜਿਵੇਂ ਭਾਈ ਵੱਖ-ਵੱਖ ਡਿਊਟੀਆਂ ਹੈ, ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਸਾਰੇ ਸੇਵਾਦਾਰ ਸੇਵਾ ਤੇ ਲਾਏ ਹੋਏ ਨੇ। ਕੋਈ ਕੀਰਤਨ ਦੀ ਸੇਵਾ ਕਰਦਾ ਹੈ, ਕੋਈ ਕਥਾ ਦੀ ਸੇਵਾ ਕਰਦਾ ਹੈ, ਕੋਈ ਚੌਬਦਾਰ ਬਣ ਕੇ ਖੜਾ ਹੈ, ਕੋਈ ਲੰਗਰ ਦੀ ਸੇਵਾ ਕਰਦਾ ਹੈ। ਸੋ ਇਸ ਵਾਸਤੇ ਇਹ ਛੋਟਾ ਪ੍ਰਬੰਧ ਹੈ ਤੇ ਪਰਮਾਤਮਾ ਦਾ ਪ੍ਰਬੰਧ ਬਹੁਤ ਵੱਡਾ ਹੈ। ਇਸ ਕਰਕੇ ਇਹਨੇ ਵੱਡਿਆਂ ਬੰਦਿਆਂ ਨੂੰ, ਵੱਡੀਆਂ ਸ਼ਕਤੀਆਂ ਨੂੰ ਇਹ ਡਿਊਟੀਆਂ ਲਾਤੀਆਂ, ਵੀ ਤੇਰੀ ਆਹ ਡਿਊਟੀ ਹੈ, ਤੇਰੀ ਆਹ ਡਿਊਟੀ ਹੈ, ਤੂੰ ਐਸ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਹੈ। ਮਹਾਰਾਜ ਕਹਿੰਦੇ ਇਹ ਤਿੰਨੇ ਵੀ ਉਸ ਪ੍ਰਭੂ ਦੀ ਸੇਵਾ ਵਿੱਚ ਲੱਗੇ ਹੋਏ ਨੇ। ਅੰਤ ਨ ਪਾਵਹਿ ਅਲਖ ਅਪੇਵਾ। ਇਹਦਾ ਮਤਲਬ ਇਹ ਨਹੀਂ ਕਿ ਜੇ ਸੇਵਾ ਵਿੱਚ ਲਾਤੇ ਕਿ ਇਹਨਾਂ ਨੇ ਪ੍ਰਭੂ ਦਾ ਅੰਤ ਪਾ ਲਿਆ, ਨਹੀਂ। ਇਹ ਵੀ ਪ੍ਰਭੂ ਦੀ ਵਡਿਆਈ ਦਾ, ਪ੍ਰਭੂ ਦੀ ਸੋਭਾ ਦਾ, ਪ੍ਰਭੂ ਦੇ ਗੁਣਾਂ ਦਾ, ਅਕਾਲ ਪੁਰਖ ਦੀ ਮਹਿਮਾ ਦਾ। ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਵੀ ਮਹਾਰਾਜ ਕਹਿੰਦੇ ਨਹੀਂ ਅੰਤ ਪਾ ਸਕਦੇ। ਅੰਤ ਨ ਪਾਵੈ ਲੱਖ ਭੇਵਾ। ਕਹਿੰਦੇ ਤਾਂ ਉਹਦੀ ਸੇਵਾ ਵਿੱਚ ਨੇ, ਉਸ ਦਾ ਅੰਤ ਨਹੀਂ ਪਾ ਸਕਦੇ। ਜਿਨ ਕਾ ਨਦਰ ਕਰਹਿ ਤੂੰ ਆਪਣੀ। ਇੱਥੇ ਗੱਲ ਬਹੁਤ ਵੱਡੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਕਿਉਂਕਿ ਜਿਹੜੀ ਨਦਰ ਹੈ ਨਾ,
ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰ। ਬੰਦਗੀ ਕਰਨੀ ਸਾਡਾ ਕਰਮ ਹੈ, ਸਾਡਾ ਫਰਜ਼ ਹੈ। ਬੰਦਗੀ ਕਰਦਿਆਂ ਕਰਦਿਆਂ ਜੇ ਉਸ ਦੀ ਕਿਰਪਾ ਦ੍ਰਿਸ਼ਟੀ ਹੋ ਜਾਏ ਤੇ ਫਿਰ ਨਾਨਕ ਨਦਰੀ ਨਦਰ ਨਿਹਾਲ। ਮਹਾਰਾਜ ਕਹਿੰਦੇ ਜੇ ਆਪਣੀ ਮਿਹਰ ਦੀ ਦਇਆ ਦੀ ਦ੍ਰਿਸ਼ਟੀ ਕਰ ਦੇਵੇ, ਇੱਥੇ ਸਾਡਾ ਕੋਈ ਜ਼ੋਰ ਨਹੀਂ। ਮਹਾਰਾਜ ਕਹਿੰਦੇ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਸਾਡਾ ਤਾਂ ਜਿਉਣ ਤੇ ਮਰਨ ਵਾਸਤੇ ਵੀ ਜ਼ੋਰ ਨਹੀਂ। ਤੇ ਜੇ ਅਸੀਂ ਕਈ ਵਾਰ ਮਨ ਵਿੱਚ ਭੁਲੇਖਾ ਹੋ ਗਿਆ, ਸਾਲ ਹੋ ਗਿਆ ਜੀ ਨਿਤਨੇਮ ਕਰਦਿਆਂ ਨੂੰ, ਫਰਕ ਤੇ ਕੋਈ ਪਿਆ ਨਹੀਂ। ਤੇ ਤੁਹਾਨੂੰ ਕਿਹਨੇ ਕਿਹਾ ਸੀ ਬਈ ਸਾਲ 'ਚ ਹੀ ਫਰਕ ਪੈ ਜਾਊਗਾ? ਕਾਹਦਾ ਫਰਕ ਭਾਲਦੇ ਆ ਭਾਈ? ਕਿਸ ਚੀਜ਼ ਦਾ ਫਰਕ ਚਾਹੁੰਦੇ ਹੋ? ਨਹੀਂ, ਜੇ ਅਸੀਂ ਛੋਟੀ ਜਿਹੀ ਵੀ ਕੋਈ ਨੌਕਰੀ ਕਰਨੀ ਹੋਵੇ ਨਾ, ਤੇ ਅੱਜ ਕੱਲ ਕੀ ਆ, ਕਹਿੰਦੇ ਘੱਟੋ ਘੱਟ BA ਦਾ ਪੜ੍ਹਿਆ ਹੋਵੇ ਨਾ। ਕੀ ਮਤਲਬ ਵੀ 14 ਸਾਲ ਤਾਂ ਇਹਨੇ ਕੁਝ ਨਾ ਕੁਝ ਕਮਾਈ ਕੀਤੀ ਹੋਵੇ, ਸਕੂਲ 'ਚ ਗਿਆ ਹੋਵੇ। ਤੇ ਜੇ ਪ੍ਰਮਾਤਮਾ ਨਾਲ ਮਿਲਣਾ ਹੈ, ਆਪਣੇ ਮਨ ਨੂੰ ਸੋਧਣਾ ਹੈ ਤੇ ਮਨ ਨੂੰ ਪ੍ਰਬੋਧਨਾ ਹੈ, ਫਿਰ ਕਹਿੰਦੇ ਵੀ ਹੁਣ ਸਾਨੂੰ 6 ਮਹੀਨੇ ਹੋ ਗਏ, ਹਲੇ ਫਰਕ ਤੇ ਪਿਆ ਕੋਈ ਨਹੀਂ। ਨਹੀਂ ਭਾਈ, ਇਹ ਤੇ ਪਤਾ ਨਹੀਂ ਕਿੰਨੇ ਜਨਮਾਂ ਦੀ ਖੇਡ ਹੈ। ਤੇ ਜੇ ਦੂਸਰਾ ਪੱਖ ਤੱਕੋਗੇ ਤੇ ਫਰਕ ਤੇ ਪਹਿਲੇ ਦਿਨ ਹੀ ਪੈ ਗਿਆ ਭਾਈ। ਕਿਉਂ ਨਹੀਂ ਪਿਆ ਫਰਕ? ਕਿਵੇਂ ਸਮਝਦੇ ਆਪਾਂ ਵੀ ਫਰਕ ਨਹੀਂ ਪਿਆ? ਮੈਂ ਬੇਨਤੀ ਕਰਾਂ ਕਿ ਕਈ ਵਾਰ ਮਹਾਂਪੁਰਖਾਂ ਦੀਆਂ ਇਹੋ ਜਿਹੇ ਬਚਨ ਹੁੰਦੇ ਨੇ ਜੋ ਸਦੀਵ ਕਾਲ ਲਈ ਮਨ ਵਿੱਚ ਸਿੱਖਿਆਦਾਇਕ ਬਣ ਕੇ ਰਸਤ ਹੋ ਜਾਂਦੇ ਨੇ। ਇੱਕ ਵਾਰ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਕੋਲ ਇਸ ਤਰ੍ਹਾਂ ਹੀ ਇੱਕ ਜਗਿਆਸੂ ਨੇ, ਇੱਕ ਸਿੱਖ ਨੇ ਬੇਨਤੀ ਕੀਤੀ ਕਿ ਬਹੁਤ ਦਿਨ ਹੋ ਗਏ, ਬਹੁਤ ਸਮਾਂ ਹੋ ਗਿਆ ਨਿਤਨੇਮ ਕਰਦਿਆਂ ਨੂੰ, ਹਲੇ ਸਤਿਗੁਰੂ ਸਾਹਿਬ ਦੀ ਕਿਰਪਾ ਨਹੀਂ ਹੋਈ। ਕਹਿੰਦੇ ਭਾਈ ਫਿਰ ਤੇ ਸਤਿਗੁਰੂ ਦੀ ਕਿਰਪਾ ਹੋ ਗਈ? ਕਹਿੰਦੇ ਜੀ ਮੈਂ ਸਮਝਿਆ ਨਹੀਂ। ਕਹਿੰਦੇ ਤੂੰ ਸਮਝਿਆ ਕਿਉਂ ਨਹੀਂ? ਜੇ ਤੈਨੂੰ ਇਹ ਪਤਾ ਲੱਗ ਗਿਆ ਨਾ ਵੀ ਕਿਰਪਾ ਹੋਣੀ ਚਾਹੀਦੀ ਆ, ਹਲੇ ਤੱਕ ਕਿਰਪਾ ਨਹੀਂ ਹੋਈ, ਇਹਦਾ ਮਤਲਬ ਕਿਰਪਾ ਹੋ ਗਈ ਹੈ। ਤੈਨੂੰ ਇੰਨਾ ਤਾਂ ਪਤਾ ਲੱਗ ਗਿਆ ਨਾ ਵੀ ਕਿਰਪਾ ਹੋਣੀ ਚਾਹੀਦੀ ਆ। ਕਿੰਨੀ ਦੁਨੀਆ ਦੇ ਵਿੱਚ ਸ੍ਰਿਸ਼ਟੀ ਇਹੋ ਜਿਹੀ ਹੈ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਵੀ ਕਿਰਪਾ ਵੀ ਹੋਣੀ ਚਾਹੀਦੀ ਆ। ਸਤਿਗੁਰੂ ਦੀ ਕਿਰਪਾ ਕਰਾਉਣ ਵਾਸਤੇ ਉਦਮ ਕਰਨਾ ਚਾਹੀਦਾ। ਬਹੁਤਿਆਂ ਨੂੰ ਤਾਂ ਇਹੀ ਨਹੀਂ ਪਤਾ, ਕਹਿੰਦੇ ਤੇਰੇ ਤੇ ਇੰਨੀ ਤੇ ਕਿਰਪਾ ਹੋ ਗਈ ਨਾ, ਕੋਈ ਨਹੀਂ ਭਾਈ ਬਾਕੀ ਕਿਰਪਾ ਵੀ ਹੋ ਜਾਏਗੀ। ਜਦੋਂ ਅਸੀਂ ਅੰਮ੍ਰਿਤ ਛਕ ਲਿਆ, ਪਹਿਲੇ ਦਿਨ ਹੀ ਅਸੀਂ ਨਿਤਨੇਮ ਕੀਤਾ ਤੇ ਕਿਰਪਾ ਤਾਂ ਉਦੋਂ ਹੀ ਹੋ ਗਈ। ਅਸੀਂ ਨਸ਼ਿਆਂ ਤੋਂ ਬਚ ਗਏ, ਉਪੱਦਰ ਕਰਨ ਤੋਂ ਬਚ ਗਏ, ਝਗੜਿਆਂ ਤੋਂ ਬਚ ਗਏ, ਘਰ ਦੇ ਵਿੱਚ ਨਾਮ ਬਾਣੀ ਦਾ ਪ੍ਰਭਾਵ ਚੱਲ ਪਿਆ, ਪ੍ਰਵਾਹ ਚੱਲ ਪਿਆ। ਫਿਰ ਕਿਰਪਾ ਕਿਉਂ ਨਹੀਂ ਹੋਈ ਭਾਈ? ਨਹੀਂ, ਕਿਰਪਾ ਤਾਂ ਉਦੋਂ ਹੀ ਹੋ ਗਈ। ਸੋ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਦੇ ਨੇ, ਕਿਰਪਾ ਕਰਦੇ ਨੇ ਕਿ ਜਾ ਕੋ ਨਦਰ ਕਰੇ ਪ੍ਰਭ ਆਪਣੀ, ਜਿਨ੍ਹਾਂ ਦੇ ਉੱਪਰ ਸਤਿਗੁਰੂ ਦੀ ਨਜ਼ਰ ਹੋ ਜਾਵੇ, ਮਿਹਰ ਹੋ ਜਾਵੇ, ਕਿਰਪਾ ਹੋ ਜਾਵੇ। ਗੁਰਮੁਖ ਲਖ ਲਖਾਹੇ, ਉਹ ਭਾਈ ਗੁਰਮੁਖਤਾਈ ਧਾਰ ਕੇ ਪ੍ਰਭੂ ਦੇ ਨਾਮ ਨੂੰ ਜਪ ਜਪ ਕੇ ਉਹ ਨਾਂ ਲਖੇ ਜਾਣ ਵਾਲੇ ਪ੍ਰਮਾਤਮਾ ਦੇ ਵਿੱਚ ਭੇਦ ਹੋ ਜਾਂਦੇ। ਫਿਰ ਉਹ ਪ੍ਰਭੂ ਦੇ ਗੁਣ ਗਾਉਣ ਵਾਸਤੇ ਇੰਨੇ ਬੇਪਰਵਾਹ ਹੋ ਜਾਂਦੇ ਨੇ ਕਿ ਭਾਈ ਉਹਨਾਂ ਕੋਲ ਜਿਵੇਂ ਚਸ਼ਮੇ ਚੱਲਦੇ ਨੇ ਨਾ, ਇੱਦਾਂ ਉਹਨਾਂ ਦੇ ਜਸ ਕਰਦਿਆਂ ਕਰਦਿਆਂ ਗੁਰੂ ਕੀ ਬਾਣੀ, ਗੁਰੂ ਕਾ ਇਤਿਹਾਸ ਸੁਣਾਉਣ ਵਾਸਤੇ ਉਹਨਾਂ ਉੱਪਰ ਗੁਰੂ ਦੀ ਨਜ਼ਰ ਹੋ ਜਾਂਦੀ ਹੈ। ਫਿਰ ਭਾਈ ਸੁਣਨ ਵਾਲੇ ਸਰੋਤੇ ਦਾ ਮਨ ਵੀ ਖਿੱਚਿਆ ਜਾਂਦਾ ਵੀ ਇਹ ਜੋ ਮਹਾਂਪੁਰਖ ਜੋ ਬਖਤਾ ਬੋਲ ਰਿਹਾ ਹੈ, ਇਹਦੇ ਬੋਲ ਸੁਣਨੇ ਚਾਹੀਦੇ ਆ। ਤੇ ਫਿਰ ਕਿਉਂਕਿ ਉਹਦੀ ਆਪਣੀ ਕਮਾਈ ਕਰਕੇ ਦੂਸਰੇ ਦੇ ਉੱਪਰ ਵੀ ਪ੍ਰਭਾਵ ਪੈਂਦਾ। ਸੋ ਇਸ ਵਾਸਤੇ ਉਹ ਨਾ ਲਖੇ ਜਾਣ ਵਾਲੇ, ਨਾ ਕਥਨ ਕੀਤੇ ਜਾਣ ਵਾਲੇ ਪ੍ਰਮਾਤਮਾ ਨੂੰ ਕਥਦੇ ਨੇ, ਉਹਦੇ ਗੁਣਾਂ ਨੂੰ ਕਹਿ ਕੇ ਉਸ ਭੰਡਾਰੇ ਵਿੱਚੋਂ ਫਿਰ ਸੰਗਤਾਂ ਵਿੱਚ ਵੰਡ ਦਿੰਦੇ ਨੇ। ਪੂਰਾ ਸਤਿਗੁਰ ਸੋਝੀ ਪਾਈ। ਇਹ ਸੋਝੀ ਕਿਹਨੇ ਦਿੱਤੀ ਭਾਈ? ਕਹਿੰਦੇ ਇਹ ਪੂਰੇ ਸਤਿਗੁਰੂ ਤੋਂ ਬਿਨਾਂ ਸੋਝੀ ਨਹੀਂ ਮਿਲ ਸਕਦੀ। ਕਈ ਵਾਰ ਮਨੁੱਖ ਅਧੂਰੇ ਦੇ ਲੜ ਲੱਗ ਜਾਂਦਾ, ਅਧੂਰਿਆਂ ਦੇ ਪੇਸ਼ ਪੈ ਜਾਂਦਾ, ਤੇ ਫਿਰ ਉਹਨੂੰ ਉਹਦੇ ਕਰਮਾਂ ਦੇ ਅਨੁਸਾਰ, ਕਿਉਂਕਿ ਪੂਰੇ ਗੁਰੂ ਦੇ ਲੜ ਲੱਗ ਨਾ ਸਕਿਆ,
ਤੇ ਜਿਹੜੇ ਅਧੂਰੇ ਨੇ ਉਹਨਾਂ ਬਾਬਤ ਸਤਿਗੁਰੂ ਨੇ ਬਾਣੀ ਵਿੱਚ ਬਹੁਤ ਸੁਚੇਤ ਕੀਤਾ। ਕਿਉਂਕਿ ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਸੰਸਾਰ ਵਿੱਚ ਆਏ ਨਾ, ਬਹੁਤ ਤਰ੍ਹਾਂ ਦੀ ਇੱਥੇ ਪੂਜਾ ਸੀ, ਬੜੇ ਤਰ੍ਹਾਂ ਦੀ ਪੂਜਾ ਸਤਿਗੁਰੂ ਨੇ। ਕਿਉਂਕਿ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਇੱਥੇ ਭਰਮਾਂ ਦੀ ਵਹਿਮਾਂ ਦੀ ਇੰਨੀ ਅੰਧਤਾਈ ਸੀ, ਇੰਨੀ ਧੁੰਦ ਸੀ, ਉਹਦੇ ਵਿੱਚੋਂ ਕੱਢਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਐਸੀ ਇੱਕ ਕਲਾ ਵਰਤਾਈ, ਮਾਰਿਆ ਛਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਕਿਹੋ ਜਿਹਾ ਪੰਥ ਚਲਾ ਦਿੱਤਾ ਜਿਹੜਾ ਸ਼ਬਦ ਦਾ ਪੁਜਾਰੀ ਹੋਵੇਗਾ, ਸ਼ਬਦ ਨੂੰ ਮੰਨੇਗਾ, ਸ਼ਬਦ ਦਾ ਹੀ ਪ੍ਰਚਾਰ ਕਰੇਗਾ, ਸ਼ਬਦ ਦੀ ਆਰਾਧਨਾ ਕਰੇਗਾ। ਨਹੀਂ ਤਾਂ ਅਸੀਂ ਪਿੱਪਲ ਨੂੰ ਵੀ ਮੰਨਦੇ ਹਾਂ, ਸੱਪ ਨੂੰ ਵੀ ਮੰਨਦੇ ਹਾਂ, ਪਤਾ ਨਹੀਂ ਕਿੰਨਿਆਂ ਕੁ ਨੂੰ ਹੋਰ ਮੰਨਦੇ ਹਾਂ, ਸੂਰਜ ਨੂੰ ਵੀ ਮੰਨਦੇ ਹਾਂ, ਚੰਦਰਮਾ ਨੂੰ ਮੰਨਦੇ। ਇੱਥੇ ਇੰਨੇ ਤਰ੍ਹਾਂ ਦੀ ਨਾਨਾ ਤਰ੍ਹਾਂ ਦੀ ਪ੍ਰਤਿਸ਼ਠਾ ਸੀ ਨਾ। ਤੇ ਜੇ ਗਿਣਤੀ ਵੀ ਕਰੀਏ ਤਾਂ 33 ਕਰੋੜ ਦੇਵਤਾ ਸੀ, 9 ਕਰੋੜ ਦੁਰਗਾ ਸੀ। ਜੇ ਇੱਕ ਦਿਨ ਵੀ ਇੱਕ ਦੇਵਤੇ ਨੂੰ ਮੰਨੀਏ ਤੇ ਹਿਸਾਬ ਕਿਤਾਬ ਜ਼ਿੰਦਗੀ ਦਾ ਪੂਰਾ ਹੀ ਨਹੀਂ ਹੁੰਦਾ, ਛੋਟੀ ਹੈ ਜ਼ਿੰਦਗੀ। ਸਤਿਗੁਰੂ ਨੇ ਇਹ ਹਿਸਾਬ ਕਿਤਾਬ ਲਾ ਕੇ ਨਾ ਸਾਨੂੰ ਫਿਰ ਇਸ ਕਰਮ ਚੋਂ ਕੱਢ ਹੀ ਦਿੱਤਾ ਵੀ ਤੂੰ ਕਿਤੇ ਇੱਥੇ ਭੁਲੇਖੇ 'ਚ ਹੀ ਨਾ ਰਵੀਂ। ਫਿਰ ਸਤਿਗੁਰੂ ਨੇ ਰਹਿਮਤ ਕਰ ਦਿੱਤੀ ਕਿ ਭਾਈ ਸ਼ਬਦ ਗੁਰੂ ਸੁਰਤ ਧੁਨ ਚੇਲਾ, ਤੂੰ ਸ਼ਬਦ ਗੁਰੂ ਨਾਲ ਜੁੜ ਜਾ ਤੇ ਸੁਰਤ ਨੂੰ ਇਹਦਾ ਚੇਲਾ ਬਣਾ ਲਾ ਇਸ ਸ਼ਬਦ ਦਾ। ਸ਼ਬਦ ਕੀ ਹੈ? ਉਹ ਵਾਹਿਗੁਰੂ ਸ਼ਬਦ ਹੈ। ਫਿਰ ਸਤਿਗੁਰਾਂ ਨੇ ਅੱਗੇ ਜਾ ਕੇ ਰਹਿਮਤ ਕੀਤੀ, ਮੋਹਰਾਂ ਲਾਤੀਆਂ, ਮੋਹਰਾਂ ਪੱਕੀਆਂ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਵੇਖਿਓ ਕਿਤੇ ਇਸ ਬਾਣੀ ਤੋਂ ਬਿਨਾ ਐਵੇਂ ਨਾ ਕੱਚਿਆਂ ਨੂੰ ਗੁਰੂ ਮੰਨਦੇ ਫਿਰਿਓ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹੀ ਨੇ ਜਦੋਂ ਰਹਿਮਤ ਕੀਤੀ, ਕਿਰਪਾ ਕੀਤੀ, ਉਹਨਾਂ ਨੇ ਤੇ ਬਿਲਕੁਲ ਹੀ ਸਿਰਾ ਲਾ ਦਿੱਤਾ। ਭਾਈ ਭੁਲੇਖੇ ਦੀ ਗੁੰਜਾਇਸ਼ ਹੀ ਨਹੀਂ ਛੱਡੀ। ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਲੇ। ਉਸੇ ਸ਼ਬਦ ਨਾਲ, ਜਿਹੜੇ ਸ਼ਬਦ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਜੋੜਿਆ ਸੀ, ਉਸ ਨਾਲ ਜੋੜਿਆ। ਭਗਤ ਕਬੀਰ ਜੀ ਦੇ ਕੋਲ ਕੁਝ ਦੁਨਿਆਵੀ ਲੋਕ ਮਿਲਣ ਵਾਸਤੇ ਆਏ, ਬੇਨਤੀ ਕੀਤੀ, ਕਬੀਰ ਜੀ ਅਸੀਂ ਤੁਹਾਨੂੰ ਗੁਰੂ ਧਾਰਨ ਕਰਨਾ। ਉਹ ਕਹਿੰਦਾ ਪਹਿਲਾਂ ਕਿਹਨੂੰ ਕੀਤਾ ਸੀ? ਕਹਿੰਦੇ ਪਹਿਲਾਂ ਕੀਤਾ ਸੀ ਗੁਰੂ, ਤੇ ਉਹ ਗੁਰੂ ਮਰ ਗਿਆ ਹੁਣ, ਤੇ ਫਿਰ ਉਸ ਤੋਂ ਬਾਅਦ ਇੱਕ ਹੋਰ ਗੁਰੂ ਕੀਤਾ, ਉਸ ਗੁਰੂ ਨੂੰ ਧਾਰਨ ਕੀਤਾ। ਤੇ ਭਗਤ ਜੀ ਬਸ ਗੱਲ ਛੱਡੋ, ਉਹ ਗੁਰੂ ਤਾਂ ਇੰਨਾ ਹੀ ਵਿਵਚਾਰੀ ਸੀ, ਉਹਨੂੰ ਦੇਖ ਕੇ ਤਾਂ ਮਨ ਵਿੱਚ ਬੜਾ ਪਛਤਾਵਾ ਹੋਇਆ। ਭਗਤ ਜੀ ਕਹਿੰਦੇ, ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਆਪ ਡੁੱਬੇ ਚੌਵੇਦ ਵੇ ਚੇਲੇ ਦੀਏ ਵਹਾਏ। ਕਹਿੰਦੇ ਆਪ ਤਾਂ ਡੁੱਬਿਆ ਹੀ ਸੀ, ਆਪਣੇ ਚੇਲੇ ਵੀ ਵਹਾਤੇ। ਤੇ ਸਤਿਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਨੇ, ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਮਾਏ। ਜਿਨ੍ਹਾਂ ਦਾ ਗੁਰੂ ਹੀ ਅੰਨਾ ਹੈ ਤੇ ਉਹ ਤੋਂ ਸਿੱਖਿਆ ਲੈਣ ਵਾਲੇ ਸਿੱਧੇ ਰਾਹ ਤੇ ਕਿਵੇਂ ਤੁਰ ਪੈਣਗੇ? ਭਾਈ ਮੈਂ ਬੇਨਤੀ ਕਰਾਂ, ਸਿੱਖਿਆ ਲੈਣ ਵਾਲੇ ਦੀ ਆਸਥਾ ਹੈ, ਉਹਦੀ ਨਿਰਾਸ਼ਤਾ ਨਹੀਂ ਵੀ ਮੈਨੂੰ ਸ਼ਾਇਦ ਇੱਥੋਂ ਪ੍ਰਾਪਤੀ ਹੋਵੇ। ਇਹਦਾ ਲਿਬਾਸ, ਇਹ ਦੁਨੀਆ ਦੀ ਕਹਾਵਤ ਸੁਣਨ ਦੇ ਵਿੱਚ ਆਇਆ ਕਿ ਇਹ ਆਮ ਮਨੁੱਖ ਨਾਲੋਂ ਚੰਗਾ ਹੈ, ਇਸ ਲਈ ਇਹਦੀ ਸੰਗਤ ਵਿੱਚ ਪੈ ਜਾਈਏ। ਉਹ ਉਹਦੀ ਸੰਗਤ ਵਿੱਚ ਪੈ ਗਿਆ। ਤੇ ਜਦੋਂ, ਕਿਉਂਕਿ ਉਹ ਸੰਗਤ ਵਿੱਚ ਪੈਣ ਵਾਲੇ ਦਾ ਤਾਂ ਇੰਨਾ ਹੀ ਕਸੂਰ ਹੈ ਨਾ, ਉਹਨੇ ਧੰਨ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਹਾਲੇ ਤੱਕ ਮੰਨਿਆ ਹੀ ਨਹੀਂ। ਤੇ ਜੇ ਤੇ ਭਾਈ ਉਹਦੀ ਸ਼ਰਨ ਵਿੱਚ ਪੈਣ ਵਾਲੇ ਦੀ ਸ਼ਰਨ ਵਿੱਚ ਅੱਗੋਂ ਉਹ ਸੁਣਾ ਦਿੰਦਾ ਕਿ ਭਾਈ ਆਪਣਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਹੈ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਹੈ, ਤੇ ਫਿਰ ਤਾਂ
ਉਹਦੀ ਵੀ ਵਡਿਆਈ ਸੀ, ਤੇ ਜਿਹੜੇ ਜਗਿਆਸੂ ਆਉਂਦੇ ਉਹਨਾਂ ਦੀ ਵੀ ਵਡਿਆਈ ਸੀ। ਤੇ ਫਿਰ ਭਗਤ ਕਬੀਰ ਜੀ ਕਹਿੰਦੇ, ਭਾਈ ਮੇਰੀ ਤਾਂ ਇੱਕ ਸਲਾਹ ਹੈ, ਗੁਰੂ ਧਾਰਨੀ ਇਹੋ ਜਿਹਾ ਕਰਨਾ ਚਾਹੀਦਾ ਹੈ ਜਿਹਦੇ ਕਾਰਨ ਬਾਅਦ ਵਿੱਚ ਪਛਤਾਵਾ ਨਾ ਹੋਵੇ। ਕਹਿੰਦੇ ਜੀ ਐਂ ਕਿਵੇਂ ਹੋ ਜੂ, ਪਤਾ ਤਾਂ ਬਾਅਦ 'ਚ ਹੀ ਲੱਗਣਾ ਨਾ ਵੀ ਇਹ ਗੁਰੂ ਚੰਗਾ ਹੈ, ਇਹਦੇ ਵਿੱਚ ਸ਼ੁਭ ਗੁਣ ਹਨ ਕਿ ਇਹਦੇ ਵਿੱਚ ਔਗਣ ਹਨ। ਇਹ ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਦਾ ਧਾਰਨੀ ਹੈ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਫਸਿਆ ਹੋਇਆ, ਕਿਵੇਂ ਪਤਾ ਲੱਗੇ ਭਗਤ ਜੀ। ਤੇ ਭਗਤ ਜੀ ਬਾਣੀ ਵਿੱਚ ਸਤਿਗੁਰੂ ਨੇ ਉਹਨਾਂ ਦਾ ਇਹ ਉਪਦੇਸ਼ ਦਰਜ ਕੀਤਾ, ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਸੋ ਪਦ ਰਵੋ ਜੇ ਬਹੁਰ ਨਾ ਰਮਨਾ, ਐਸੇ ਮਰੋ ਜੇ ਬਹੁਰ ਨਾ ਮਰਨਾ। ਭਗਤ ਜੀ ਸਾਨੂੰ ਸਭ ਨੂੰ ਉਪਦੇਸ਼ ਦਿੰਦੇ ਨੇ, ਸੋ ਗੁਰ ਕਰੋ ਜੇ ਬਹੁਰ ਨਾ ਕਰਨ। ਕਿਹੜਾ ਗੁਰੂ ਹੈ ਭਾਈਓ? ਪੂਰਾ ਪ੍ਰਭ ਰਾਧਿਆ ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾ। ਆਪਾਂ ਵੇਖ ਲਏ ਆ ਨਾ ਕਿ ਕਿਹੋ ਜਿਹੇ ਹਾਲਾਤ ਬਣ ਰਹੇ ਨੇ ਅੱਜ। ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਉਸ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਾਰਨ ਕਰੋ, ਮੁੜ ਕੇ ਤੁਹਾਨੂੰ ਹੋਰ ਗੁਰੂ ਨਹੀਂ ਧਾਰਨ ਕਰਨਾ ਪਏਗਾ। ਅੱਜ ਗੁਰੂ ਧਾਰਨ ਕਰ ਲਿਆ, ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਤਾਂ ਜ਼ਿੰਦਗੀ ਆਪਾਂ ਨੂੰ ਫਖਰ ਰਹੇਗਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ। ਕਦੇ ਮਨ ਵਿੱਚ ਪਛਤਾਵਾ ਨਹੀਂ ਆਏਗਾ। ਤੇ ਉਸ ਗੁਰੂ ਨੂੰ ਧਾਰਨ ਕਰਨ ਦਾ ਕੀ ਲਾਭ ਹੋਏਗਾ? ਭਾਈ ਅੱਜ ਗੁਰੂ ਧਾਰਨ ਕੀਤਾ ਤੇ ਸ਼ਾਮਾਂ ਨੂੰ ਸਾਡੇ ਮਨ ਵਿੱਚ ਪਛਤਾਵਾ ਹੋ ਗਿਆ, ਨਹੀਂ ਭਾਈ ਹਲੇ ਵੀ ਮੌਕਾ ਹੈ ਕਿ ਅਸੀਂ ਜੇ ਕਿਸੇ ਭਰਮ ਵਸ, ਕਿਸੇ ਗਲਤੀ ਵਸ, ਕਿਸੇ ਭੁਲੇਖੇ ਵਸ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਆ, ਤੇ ਆਓ ਇਹ ਘਰ ਤਾਂ ਇਹੋ ਜਿਹਾ ਭਾਈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹ ਬਿਰਦ ਸੁਆਮੀ ਸੰਦਾ, ਇਹਦਾ ਬਿਰਦ ਹੈ ਇਸ ਘਰ ਦਾ, ਵੀ ਜਦੋਂ ਵੀ ਇਸ ਘਰ ਵਿੱਚ ਆ ਗਏ ਨਾ ਸਤਿਗੁਰੂ ਨੇ ਬਖਸ਼ ਦੇਣਾ, ਉਹਦੇ ਬਖਸ਼ ਦੇਣਾ। ਭਾਈ ਨੰਦ ਲਾਲ ਜੀ ਕਹਿੰਦੇ ਨੇ ਕਿ ਕਿਸੇ ਗੁਰਸਿੱਖ ਨੂੰ ਮਨ ਵਿੱਚ ਇਹ ਪਛਤਾਵਾ ਨਹੀਂ ਹੋਣਾ ਚਾਹੀਦਾ ਕਿ ਅੱਜ ਤੱਕ ਤੇ ਅਸੀਂ ਕੱਚਿਆਂ ਦੇ ਮਗਰੀ ਫਿਰਦੇ ਰਹੇ, ਹੁਣ ਗੁਰੂ ਗ੍ਰੰਥ ਸਾਹਿਬ ਕੋਲੇ ਆ ਵੀ ਜਾਵਾਂਗੇ ਫਿਰ ਕੀ ਲਾਭ ਹੋਵੇਗਾ। ਭਾਈ ਨੰਦ ਲਾਲ ਜੀ ਕਹਿੰਦੇ ਨਹੀਂ ਭਾਈ, ਜਿੰਨੀ ਤੇਰੀ ਉਮਰ ਬਚੀ ਹੈ ਇਹ ਕਾਹਤੋਂ ਗਵਾਉਣੀ ਆ? ਸੰਸਿਆਂ ਵਿੱਚ, ਫਿਕਰਾਂ ਵਿੱਚ, ਸੋਚਾਂ ਵਿੱਚ, ਪਛਤਾਵੇ ਵਿੱਚ ਨਹੀਂ ਭਾਈ। ਤੇ ਆਪਣੇ ਰੰਗ ਵਿੱਚ ਭਾਈ ਨੰਦ ਲਾਲ ਜੀ ਕਹਿੰਦੇ ਨੇ, ਇੱਕ ਦਿਨ ਬਾਜਾਂ ਵਾਲੇ ਪਾਸੋਂ ਪ੍ਰੇਮ ਸੁਰਾਹੀ ਪੀਤੀ, ਭਾਏ ਹਮਾਰਾ ਲਿਖੀ ਫਕੀਰੀ, ਸੋ ਮਸਤਕ ਧਰ ਲੀਤੀ, ਪਿਛਲੀ ਉਮਰ ਗਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ। ਅੱਗੇ ਸਮਝ ਚੱਲੋ ਨੰਦ ਲਾਲਾ, ਪਿੱਛੇ ਜੋ ਬੀਤੀ ਸੋ ਬੀਤੀ। ਪਿੱਛੇ ਜਿਹੜੀ ਬੀਤ ਗਈ ਇਹਦਾ ਕਾਹਦਾ ਪਛਤਾਵਾ, ਉਹ ਸਾਡੀ ਗਲਤੀ ਨਾਲ ਬੀਤ ਗਈ, ਪਰ ਅੱਗੇ ਵਾਸਤੇ ਤਾਂ ਅਸੀਂ ਪੂਰੇ ਗੁਰੂ ਦੇ ਲੜ ਲੱਗੀਏ ਨਾ। ਇਸ ਵਾਸਤੇ ਧੰਨ ਗੁਰੂ ਅਮਰਦਾਸ ਕਰਨ ਕਾਰਨ ਸਮਰੱਥ ਸਤਿਗੁਰੂ ਦਤਾਰ ਰਹਿਮਤ ਕਰਦੇ ਨੇ, ਕਹਿੰਦੇ ਭਾਈ ਇਹ ਪੂਰੇ ਗੁਰੂ ਤੋਂ ਬਿਨਾ ਸੰਭਵ ਨਹੀਂ ਹੋ ਸਕਦਾ ਕਿ ਸਾਡੇ ਮਨ ਦੀ ਜਿਹੜੀ ਦ੍ਰਿਸ਼ਟੀ ਬਦਲ ਜਾਏ। ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾ। ਇਸ ਵਾਸਤੇ ਪੂਰੇ ਗੁਰੂ ਸਤਿਗੁਰੂ ਜੀ ਰਹਿਮਤ ਕਰਨ ਤੇ ਫਿਰ ਸਾਡੇ ਮਨ ਵਿੱਚ ਸ਼ੁਭ ਗੁਣ ਵਸ ਸਕਦੇ ਹਨ। ਏਕੋ ਨਾਮ ਮਨ ਵਸਾਈ। ਫਿਰ ਕੀ ਹੋਵੇਗਾ ਭਾਈ ਕਿ ਦੁਨੀਆ ਦੇ ਵਿੱਚ ਨਾਮ ਇੱਕ ਹੀ ਹੈ, ਇੱਕੋ ਨਾਮ ਹੈ ਜਿਹੜਾ ਪੰਜਾਂ ਪਿਆਰਿਆਂ ਨੇ ਸਾਨੂੰ ਦੇ ਦਿੱਤਾ। ਇੱਕੋ ਨਾਮ ਹੈ ਵਾਹਿਗੁਰੂ ਦਾ, ਤੇ ਉਹਨੂੰ ਜਿੰਨੇ ਜਪ ਲਵਾਂਗੇ, ਜਿਵੇਂ ਸੂਰਜ ਇੱਕੋ ਰੁੱਤ ਅਨੇਕ, ਇੱਕ ਸੂਰਜ ਹੈ ਨਾ, ਕਿੰਨੀਆਂ ਰੁੱਤਾਂ ਬਣ ਜਾਂਦੀਆਂ, ਕਿੰਨੇ ਜੀਵ ਇਹਦੇ ਤੋਂ ਪ੍ਰਕਾਸ਼ ਲੈ ਰਹੇ ਨੇ, ਕਿੰਨੇ ਇਹਦੇ ਤੋਂ ਤਪਸ਼ ਲੈ ਰਹੇ ਨੇ। ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਵੀ ਇੱਕ ਹੈ, ਜਿੰਨੇ ਵੀ ਜਪ ਲੈਣਗੇ ਲਾਭ ਸਭ ਨੂੰ ਹੋ ਜਾਣਾ। ਜਿਹੜੇ ਵੀ ਇਸ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਣਗੇ ਉਹਦਾ ਲੋਕ ਪਰਲੋਕ ਦਾ ਭਲਾ ਹੋ ਜਾਣਾ। ਇਹ ਨਹੀਂ ਕਿ ਭਾਈ ਫਲਾਣੇ ਨੇ ਨਾਮ ਜਪ ਲਿਆ ਹੁਣ ਮੈਂ ਜਪ ਵੀ ਲਵਾਂ ਤੇ ਮੈਨੂੰ ਕੀ ਮਿਲੇਗਾ। ਨਹੀਂ ਭਾਈ, ਇਹ ਤੇ ਬੇਅੰਤ ਹੈ। ਜਿਹਨੇ ਵੀ ਜਪ ਲਿਆ, ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਰਾਧਿਆ ਦਰਗਹਿ ਸੱਚ ਖਰੇ,
ਸਰਬ ਸੁਖਾ ਨਿਦ ਚਰਨ ਹਰ ਭਉ ਜਲ ਬਿਖਮ ਤਰੇ, ਪ੍ਰੇਮ ਭਗਤਿਨ ਪਾਈਆ ਵਿਖਿਆ ਨਾਹੇ ਜਰੇ, ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ, ਕਿਤੇ ਮੁੱਕਣ ਵਾਲਾ ਲਵਾ ਲਵ ਭਰਿਆ ਹੋਇਆ। ਇਸ ਵਾਸਤੇ ਭਾਈ ਜਦੋਂ ਪੂਰੇ ਪ੍ਰਭੂ ਦੀ ਆਰਾਧਨਾ ਕੀਤੀ, ਪੂਰੇ ਪ੍ਰਭੂ ਨਾਲ ਜੁੜ ਗਏ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕੋ ਨਾਮ ਮਨ ਵਸਾਈ। ਫਿਰ ਇੱਕੋ ਇੱਕ ਪਰਮਾਤਮਾ ਦਾ ਨਾਮ ਸਾਡੇ ਮਨ ਵਿੱਚ ਵਸ ਜਾਏਗਾ, ਮਨ ਵਿੱਚੋਂ ਦੁਬਦਾ ਨਿਕਲ ਜਾਏਗੀ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਕਥਾਏ। ਜਦੋਂ ਤੱਕ ਸਾਡੇ ਮਨ ਵਿੱਚ ਹਉਮੈ ਹੰਕਾਰ ਹੈ, ਉਦੋਂ ਤੱਕ ਅਸੀਂ ਨਾਮ ਤੋਂ ਦੂਰ ਹਾਂ। ਤੇ ਜਦੋਂ ਜਿਵੇਂ ਜਿਵੇਂ ਨਾਮ ਜਪ ਕੇ ਆਰਾਧ ਕੇ ਪ੍ਰਭੂ ਦੇ ਨੇੜੇ ਆਉਂਦੇ ਜਾਵਾਂਗੇ, ਕਿ ਭਾਈ ਹੋਰ ਕੋਈ ਸਾਧਨ ਨਹੀਂ, ਕਿ ਕੋਈ ਇਹੋ ਜਿਹੀ ਵਸਤੂ ਤਾਂ ਹੈ ਨਹੀਂ ਜਿਹੜੀ ਚੱਕ ਕੇ ਪਾਸੇ ਕਰ ਦਈਏ। ਜਿਹੜੀ ਹਉਮੈ ਨਾ, ਮਾਰੇ ਕਹਿੰਦੇ ਹਉਮੈ ਦੀਰਘ ਰੋਗ ਹੈ। ਦਾਰੂ ਵੀ ਇਸ ਮਾਂ ਦੇ ਨਾਲ ਦਾਰੂ ਵੀ ਹੈਗੀ ਆ। ਇਹ ਭਾਈ ਐਂ ਹਟਾਉਣ ਵਾਲਾ ਨਹੀਂ ਕਿ ਅੱਜ ਮਲਮ ਲਾ ਲਈ, ਕੋਈ ਇੰਜੈਕਸ਼ਨ ਲਵਾ ਲਿਆ, ਕੋਈ ਕੈਪਸੂਲ ਲੈ ਲਿਆ, ਉਹਦੇ ਨਾਲ ਇਹ ਸਾਡਾ ਹਉਮੈ ਦਾ ਰੋਗ ਖਤਮ ਹੋ ਜਾਏਗਾ। ਨਹੀਂ, ਇਹਦੇ ਵਿੱਚ ਦਾਰੂ ਕੀ ਹੈ ਭਾਈ? ਜਿਹੜਾ ਪਰਮਾਤਮਾ ਦਾ ਨਾਮ ਜਪਣਾ, ਸੇਵਾ ਕਰਨੀ, ਸਿਮਰਨ ਕਰਨਾ, ਇਹਦੇ ਨਾਲ ਸਹਿਜੇ ਸਾਡਾ ਮਨ ਹੈ ਉਹ ਪਰਮਾਤਮਾ ਵੱਲ ਨੂੰ ਆਏਗਾ, ਪਰਮਾਤਮਾ ਦੀ ਸ਼ਰਨ ਵਿੱਚ ਆਏਗਾ। ਤੇ ਜਿਵੇਂ ਜਿਵੇਂ ਸ਼ਰਨ ਵਿੱਚ ਆਵਾਂਗੇ ਤੇ ਉਵੇਂ ਉਵੇਂ ਹਉਮੈ ਆਪੇ ਹੀ ਸਾਡੇ ਤੋਂ ਦੂਰ ਹੁੰਦੇ ਜਾਏਗੀ, ਸਾਡਾ ਖਹਿੜਾ ਛੱਡ ਜਾਏਗੀ। ਇਸ ਵਾਸਤੇ ਇੱਕੋ ਨਾਮ ਮਨ ਵਸਾਈ, ਇੱਕੋ ਇੱਕ ਪਰਮਾਤਮਾ ਦਾ ਨਾਮ ਸਾਡੇ ਹਿਰਦੇ ਵਿੱਚ ਵਸ ਜਾਵੇਗਾ। ਨਾਮ ਜਪੀ ਤੈ ਨਾਮ ਧਿਆਈ। ਉਹ ਫਿਰ ਨਾਮ ਨੂੰ ਜਪਦੇ ਨੇ, ਨਾਮ ਦੀ ਆਰਾਧਨਾ ਕਰਦੇ ਨੇ। ਜਪਣਾ ਕੀ ਹੈ ਭਾਈ? ਜਿਹੜਾ ਵਾਹਿਗੁਰੂ 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 ਨਾਮ ਜਪਣਾ, ਸਾਰੇ ਜਪਿਓ ਭਾਈ। ਦਾਸ ਅੱਗੇ ਬੋਲੇਗਾ, ਸਾਰੇ ਗੱਜ ਕੇ ਬੋਲਿਓ, ਵਾਹਿਗੁਰੂ 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 ਗੱਜ ਕੇ ਬੋਲੋ ਭਾਈ, ਵਾਹਿਗੁਰੂ 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 ਵਾਹਿਗੁਰੂ। ਇੱਕੋ ਨਾਮ ਨੂੰ ਜਪਦੇ ਨੇ ਤੇ ਇੱਕੋ ਨਾਮ ਨੂੰ ਧਿਆਉਂਦੇ ਨੇ। ਦੋ ਗੱਲਾਂ ਕਿਉਂ ਭਾਈ? ਜੇ ਜਪਦੇ ਵੀ ਨੇ ਧਿਆਉਂਦੇ ਨੇ, ਗੱਲ ਤੇ ਇੱਕ ਹੀ ਆ। ਪਰ ਭਾਈ ਜਿਹੜਾ ਨੂੰ ਧਿਆਉਣਾ ਹੈ ਨਾ, ਉਹ ਯਾਦ ਕਰਨਾ, ਜਪਣਾ ਰਸਨਾ ਦੇ ਨਾਲ ਤੇ ਮਨ ਦੇ ਨਾਲ ਉਹਨੂੰ ਯਾਦ ਕਰਨਾ ਕਿ ਉਹਦੇ ਕਿੱਡੇ ਵੱਡੇ ਗੁਣ ਨੇ। ਕਿਤੇ ਸੌਣ ਤੋਂ ਪਹਿਲਾਂ ਆਪਾਂ ਮਨ ਦੇ ਵਿੱਚ ਇਸ ਗੱਲ ਨੂੰ ਧਿਆਲੀਏ ਨਾ ਵੀ ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ, ਕਿੱਡੇ ਵੱਡੇ ਪਰਉਪਕਾਰ ਤੁਹਾਡੇ। ਇਸ ਪੰਥ ਦੀ ਸਾਜਨਾ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਸਾਰੇ ਸੁੱਖ ਤਿਆਗ ਦਿੱਤੇ, ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ, ਸਾਹਿਬਜ਼ਾਦੇ ਸ਼ਹੀਦ ਕਰਵਾ ਦਿੱਤੇ, ਸੋਹਲੇ ਗਾਏ ਤੁਸੀਂ, ਉਜੜੇ ਰਾਹਾਂ ਦੇ ਵਿੱਚ ਪੈ ਕੇ ਵੀ ਕਿਹਾ ਪੰਥ ਵਸੇ ਮੈਂ ਉਜੜਾ ਮਨ ਚਾਉ ਭਨੇਰਾ। ਮਹਾਰਾਜ ਏਡੇ ਵੱਡੇ ਪਰਉਪਕਾਰ। ਤੇ ਫਿਰ ਇਹ ਸਭ ਕੁਝ ਹੋਣ ਤੋਂ ਬਾਵਜੂਦ ਵੀ ਆਪ ਇਸ ਪਰਿਵਾਰ ਦੇ ਉੱਪਰ, ਇਸ ਪੰਥ ਦੇ ਉੱਪਰ ਮੇਰਾ ਭਰੀ ਨਜ਼ਰ ਤੱਕ ਕੇ ਕਹਿੰਦੇ ਹੋ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਹੇ ਅਕਾਲ ਪੁਰਖ ਵਾਹਿਗੁਰੂ, ਹੇ ਕਰਤਾਰ ਮੇਰੇ ਆ ਸਿੱਖਾਂ ਸੇਵਕਾਂ ਦੇ ਉੱਪਰ ਕਿਰਪਾ ਦ੍ਰਿਸ਼ਟੀ ਰੱਖੀ। ਮਹਾਰਾਜ ਏਡੇ ਵੱਡੀਆਂ ਔਕੜਾਂ, ਏਡੀਆਂ ਵੱਡੀਆਂ ਮੁਸੀਬਤਾਂ ਤੇ ਏਡੀ ਵੱਡੀ ਦਿਆਲਤਾ, ਕਿਤੇ ਗੁਣ ਯਾਦ ਕਰੋ ਕਲਗੀਧਰ ਮਹਾਰਾਜ ਦੇ। ਇਹ ਇੱਕੋ ਜਪੀ ਤੇ ਇੱਕ ਧਿਆਈ, ਇੱਕੋ ਵਾਹਿਗੁਰੂ ਦਾ ਨਾਮ ਜਪੋ ਤੇ ਉਹਦੀ ਜਿਹੜੀ ਬਰਕਤ ਹੈ, ਉਹਦੇ ਜਿਹੜੇ ਪਰਉਪਕਾਰ ਹੈ, ਉਹਨਾਂ ਨੂੰ ਆਪਣੇ ਮਨ ਵਿੱਚ ਝਾਤੀ ਮਾਰ ਕੇ ਦੇਖੋ ਉਹਨਾਂ ਵੱਲ ਕਿ ਕਿੱਡੇ ਵੱਡੇ ਪਰਉਪਕਾਰ ਨੇ। ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਨਾਤ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੇ ਦੁਨੀਆ ਦੇ ਲੋਕੋ, ਆਕਾਸ਼ ਦੇ ਤਾਰੇ ਗਿਣੇ ਜਾ ਸਕਦੇ ਨੇ, ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਠੱਗ ਵੀ ਤਾਰਤੇ, ਚੋਰ ਵੀ ਤਾਰ ਦਿੱਤੇ,
ਤੁਸੀਂ ਬਲੀ ਕੰਧਾਰੀ ਵੀ ਤਾਰ ਦਿੱਤੇ ਮਹਾਰਾਜ। ਤੁਸੀਂ ਪਸ਼ੂ ਪ੍ਰੇਤ ਮੋਦ ਕੋ ਤਾਰੇ, ਪਾਹਣ ਪਾਰੋ ਤਾਰੇ, ਨਾਨਕ ਦਾ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ। ਮਹਾਰਾਜ ਤੁਸੀਂ ਇੰਨੇ ਤਾਰਤੇ, ਤੇਰੇ ਤਾਰੇ ਨਾ ਗਨਾਤਾ। ਕਿਤੇ ਉਹਨੂੰ ਮਨ ਵਿੱਚ ਆਰਾਧਨਾ ਕਰਿਓ, ਉਹਦੇ ਮਨ ਵਿੱਚ, ਆਪਣੇ ਮਨ ਵਿੱਚ ਹਾਤੀ ਮਾਰਿਓ ਕਿੱਡੇ ਵੱਡੇ ਉਸ ਵਾਹਿਗੁਰੂ ਦੇ, ਉਸ ਅਕਾਲ ਪੁਰਖ ਦੇ ਪਰਉਪਕਾਰ ਨੇ ਜਿਹੜੇ ਸਾਡੇ ਉੱਪਰ ਕੀਤੇ ਹੋਏ ਨੇ। ਮਹਿਲ ਪਾਏ ਗੁਣ ਗਾਹੇ। ਤੇ ਫਿਰ ਭਾਈ ਮਹਿਲ ਪਾਏ ਨਿਜ ਘਰ ਨੂੰ, ਤੁਰਿਆ ਪਦ ਨੂੰ ਪ੍ਰਾਪਤ ਕਰ ਲੈ। ਉਹਨੂੰ ਪ੍ਰਾਪਤ ਕਰਕੇ ਗੁਣ ਗਾਹਾ ਹੈ, ਗੁਣਾਂ ਦੀ ਗਾਹ ਬਣ ਜਾਂਦਾ ਹੈ। ਗੁਣਾਂ ਦੀ ਗਾਹ, ਗਾਹ ਕੀ ਹੈ ਭਾਈ? ਸਥਾਨ, ਘਰ, ਸਮੂਹ। ਜਦ ਦੂਸਰੇ ਅਰਥਾਂ ਵਿੱਚ ਇਹਦਾ ਇਹ ਵੀ ਹੈ ਕਿ ਗੁਣਾਂ ਨੂੰ ਪ੍ਰਾਪਤ ਕਰਕੇ ਔਗੁਣਾਂ ਨੂੰ ਗਾਹ ਦਿੰਦਾ, ਔਗੁਣਾਂ ਨੂੰ ਖਤਮ ਕਰ ਦਿੰਦਾ। ਸੋ ਇਸ ਵਾਸਤੇ ਜੇ ਮਹਿਲ ਪਾਏ ਗੁਣ ਗਾਹਾ ਹੈ, ਮਹਿਲ ਕੀ ਹੈ ਭਾਈ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਫਰਮਾਇਆ, ਦਸਮ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਹ ਵਿੱਚ ਤਰੰਗ ਜਿਉ ਜਲੀ ਵਿਖੇ ਸਮਾਏ। ਜਦੋਂ ਉਹਦੇ ਵਿੱਚ ਸਮਾਉਣੀ ਹੋਈ ਨਾ ਤੇ ਫਿਰ ਉਹ ਨਿਜ ਘਰ ਹੈ। ਜਿਹੜੇ ਘਰ ਦੇ ਵਿੱਚ ਪਰਮਾਤਮਾ ਦਾ ਵਾਸ ਹੈ, ਘਟ ਘਟ ਮੈਂ ਹਰਜੂ ਕਹੈ, ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਜਿਹੜੀ ਇਹ ਦ੍ਰਿਸ਼ਟੀ ਹੈ ਨਾ ਕਿ ਸਾਡੇ ਹਿਰਦੇ ਵਿੱਚ ਪਰਮਾਤਮਾ ਦਾ ਵਾਸਾ ਹੈ, ਤੇ ਜਦੋਂ ਇਸ ਮਨ ਦਾ ਵਾਸਾ ਵੀ ਉੱਥੇ ਜਾ ਕੇ ਹੋ ਗਿਆ ਉਸ ਘਰ ਦੇ ਵਿੱਚ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਇਹਨਾਂ ਗੁਣਾਂ ਨੂੰ ਪ੍ਰਾਪਤ ਕਰ ਲੈਂਦਾ। ਗੁਣ ਗਾਹਾ, ਫਿਰ ਸ਼ੁਭ ਗੁਣਾਂ ਦੀ ਗਾਹ ਵਿੱਚ ਘਰ ਵਿੱਚ ਜਾ ਕੇ ਉਹਦੇ ਵਿੱਚੋਂ ਫਿਰ ਔਗੁਣ ਨਿਕਲ ਜਾਂਦੇ ਨੇ। ਉਹ ਪਰਉਪਕਾਰ ਹੀ ਕਰੇਗਾ, ਭਲਾਈ ਕਰੇਗਾ, ਕਿਸੇ ਨੂੰ ਸਿੱਧੇ ਰਸਤੇ ਤੇ ਪਾਏਗਾ, ਕਿਸੇ ਨਾਲ ਵਲ ਫਰੇਬ ਨਹੀਂ ਕਰੇਗਾ, ਕਿਸੇ ਕੋਲੇ ਝੂਠ ਨਹੀਂ ਬੋਲੇਗਾ। ਸੋ ਕਿਉਂਕਿ ਉਹ ਗੁਣਾਂ ਦੀ ਗਾਹ ਵਿੱਚ ਚਲੇ ਗਏ, ਔਗੁਣ ਤੇ ਦੂਰ ਰਹੇ, ਦੂਰ ਰਹੀ ਉਹ ਜਨ ਤੇ ਬਾਟ, ਉਹ ਜਨ ਤੋਂ ਬਾਟ ਹੀ ਔਗੁਣਾਂ ਵਾਲੀ ਦੂਰ ਰਹਿ ਗਈ। ਸੋ ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਉਹ ਤੁਰਿਆ ਪਦ ਨੂੰ ਪ੍ਰਾਪਤ ਕਰਕੇ ਨਿਜ ਘਰ ਵਿੱਚ ਪ੍ਰਵੇਸ਼ ਕਰਕੇ ਗੁਣਾਂ ਨੂੰ ਪ੍ਰਾਪਤ ਕਰ ਲੈਂਦਾ ਹੈ। ਸੇਵਕ ਸੇਵਹਿ ਮਨ ਹੁਕਮ ਅਪਾਰਾ। ਸੇਵਕ ਸੇਵ ਕਰਦੇ ਉਹਦੇ ਹੁਕਮ ਨੂੰ ਮੰਨ ਕੇ, ਜਿਹੜਾ ਉਸ ਪਾਰਾਵਾਰ ਤੋਂ ਰਹਿਤ ਹੈ ਹੁਕਮ ਉਸਦਾ, ਅਸੀਂ ਉਸ ਹੁਕਮ ਨੂੰ ਜਾਣਦੇ ਨੇ। ਕਈ ਵਾਰ ਗੁੱਸਾ ਜ਼ਰੂਰ ਕਰਦੇ ਆ, ਸਾਨੂੰ ਤੇ ਠੋਕਰ ਵੱਜ ਜਾਵੇ, ਗੱਡੀ ਦਾ ਟਾਇਰ ਪੈਂਚਰ ਹੋ ਜਾਵੇ, ਛੋਟੀ ਤੋਂ ਛੋਟੀ ਰੁਕਾਵਟ ਖੜੀ ਹੋ ਜਾਵੇ, ਸਰੀਰ ਨੂੰ ਕੋਈ ਬਿਮਾਰੀ ਲੱਗ ਜਾਏ, ਤੇ ਅਸੀਂ ਉਹਨੂੰ ਲਾਂਭਾ ਦਿੰਦੇ ਹਾਂ। ਪਰ ਜਿਹੜੇ ਪਰਮਾਤਮਾ ਦੇ ਸੇਵਕ ਹੈ ਨਾ, ਉਹ ਭਾਈ ਪਰਮਾਤਮਾ ਦੇ ਹੁਕਮ ਵਿੱਚ ਰਹਿੰਦੇ ਨੇ, ਉਹਦੀ ਹੁਕਮ ਅੰਦੂਲੀ ਨਹੀਂ ਕਰਦੇ, ਉਹਦੇ ਹੁਕਮ ਵਿੱਚ ਬਲਕਿ ਪ੍ਰਸੰਨ ਰਹਿੰਦੇ ਕਿ ਇਹ ਤਾਂ ਉਹਦਾ ਹੁਕਮ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਨੇ ਨਾ ਕਿ ਹੁਕਮੇ ਮਨ ਵਡਿਆਈ ਰਾਮ। ਜੇ ਹੁਕਮ ਮੰਨੇਗਾ ਤੇ ਇਹਦੇ ਵਿੱਚ ਹੀ ਵਡਿਆਈ ਹੈ, ਤੇ ਜੇ ਹੁਕਮ ਅੰਦੂਲੀ ਕਰੇਗਾ ਤੇ ਮਹਾਰਾਜ ਨੇ ਬੜਾ ਆਪਾਂ ਨੂੰ ਸਿੱਧਾ ਗਿਆਨ ਬਖਸ਼ਿਸ਼ ਕੀਤਾ ਹੈ, ਸਿੱਧਾ ਉਪਦੇਸ਼ ਬਖਸ਼ਿਆ ਹੈ। ਸੋ ਸਿੱਖ ਸਖਾ ਬੰਧ ਪਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਫਿਰ ਭਾਈ ਕਿਹਦਾ ਨੁਕਸਾਨ ਹੋਵੇਗਾ? ਜੇ ਅਸੀਂ ਉਹਦਾ ਹੁਕਮ ਨਹੀਂ ਮੰਨਦੇ ਤੇ ਫਿਰ ਇਹਦੇ 'ਚ ਨੁਕਸਾਨ ਕਿਹਦਾ ਹੋਵੇਗਾ? ਸਾਡਾ ਆਪਣਾ ਹੋਵੇਗਾ। ਕਿਉਂਕਿ ਹੁਕਮ ਜੋ ਵਰਤ ਰਿਹਾ ਹੈ, ਜੋ ਵਰਤਣਾ ਹੈ, ਇਹ ਉਸ ਅਕਾਲ ਪੁਰਖ ਦੀ ਨਦਰ ਹੈ, ਉਹਦੀ ਮਿਹਰ ਹੈ, ਉਹਦਾ ਆਪਣਾ ਚਲਾਇਆ ਹੋਇਆ ਵਰਤਾਰਾ ਹੈ, ਅਸੀਂ ਉਸ ਨੂੰ ਰੋਕ ਨਹੀਂ ਸਕਦੇ। ਇਸ ਵਾਸਤੇ ਜੋ ਗੁਰਮੁਖ ਪਿਆਰੇ ਨੇ ਉਹ ਉਹਦੇ ਹੁਕਮ ਵਿੱਚ ਜਦੋਂ ਰਹਿੰਦੇ ਨੇ ਨਾ, ਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਪ੍ਰਸੰਨ ਹੁੰਦੇ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹ ਅਰ ਭੈ ਨਹੀਂ, ਜਾ ਕੇ ਕੰਚਨ ਮਾਟੀ ਮੰਨੈ। ਉਹ ਹੁਕਮ ਵਿੱਚ ਰਹਿੰਦੇ ਨੇ। ਸਾਧ ਸੰਗਤ ਇਹੋ ਜਿਹਾ ਹੁਕਮ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਦੇ ਸਾਹਮਣੇ 4-5 ਸਾਲ ਦਾ ਪੁੱਤਰ ਉਹਦਾ ਅਜੇ ਸਿੰਘ, ਅਜੇ ਸਿੰਘ ਨੂੰ ਵੀ ਨਾਲ ਗ੍ਰਿਫਤਾਰ ਕੀਤਾ ਹੋਇਆ ਹੈ। ਸਾਖੀ ਦਾ ਵਿਸਥਾਰ ਤੁਸੀਂ ਜਾਣਦੇ ਹੋ। ਸੋ ਬਾਬਾ ਬੰਦਾ ਸਿੰਘ ਨੂੰ ਵੀ ਸੰਗਲਾਂ ਨਾਲ ਬੰਨਿਆ ਹੋਇਆ, ਬੇੜੀਆਂ ਮਾਰੀਆਂ ਹੋਈਆਂ ਨੇ, ਤੇ ਨਾਲ ਨਾਲ ਅਜੇ ਸਿੰਘ ਨੂੰ ਵੀ ਬੰਨਿਆ ਹੋਇਆ, ਤੇ ਬੰਦਾ ਸਿੰਘ ਦੇ ਸਾਹਮਣੇ ਲਿਆ ਕੇ
ਕਹਿੰਦੇ ਅਜੇ ਸਿੰਘ ਬੰਦਾ ਸਿੰਘ ਤੂੰ ਸਾਡੀ ਈਨ ਮੰਨ ਲੈ, ਤੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਮੰਨਣਾ ਛੱਡ ਦੇ ਤੇ ਅਸੀਂ ਅਜੇ ਸਿੰਘ ਨੂੰ ਛੱਡ ਦੇਵਾਂਗੇ, ਨਹੀਂ ਤਾਂ ਤੇਰੇ ਸਾਹਮਣੇ ਅਜੇ ਸਿੰਘ ਨੂੰ ਕਤਲ ਕਰ ਦੇਵਾਂਗੇ, ਇਹਦਾ ਦਿਲ ਚੀਰ ਕੇ ਤੇਰੇ ਮੂੰਹ ਵਿੱਚ ਪਾਵਾਂਗੇ। ਐਵੇਂ ਹੋਇਆ ਜਦੋਂ ਅਜੇ ਸਿੰਘ ਦਾ ਕਤਲ ਹੋ ਗਿਆ। ਹੁਣ 4 ਸਾਲ 5 ਸਾਲ ਦਾ ਬੱਚਾ, ਕਿਹੜਾ ਧਰਮ ਕਹਿੰਦਾ ਕਿ ਏਡੇ ਇੱਕ ਬੱਚੇ ਨੂੰ ਕਤਲ ਕਰ ਦੋ? ਪ੍ਰੋ ਵਿਚਾਰ, ਸਤਿਗੁਰੂ ਪਾਤਸ਼ਾਹ ਦੇ ਸਿੱਖ ਇਹੋ ਜਿਹੇ ਹੋਏ ਜਿਨ੍ਹਾਂ ਨੇ ਹੁਕਮ ਮੰਨਿਆ। ਭਾਈ ਬੰਦਾ ਸਿੰਘ ਨੂੰ ਤਰਕਾਂ ਮਾਰੀਆਂ ਗਈਆਂ, ਕਿੱਥੇ ਤੇਰਾ ਗੁਰੂ? ਆ ਤੇਰੇ ਛੋਟੇ ਜਿਹੇ ਬੱਚੇ ਦਾ ਕਾਲਜਾ ਕੱਢ ਲਿਆ ਸੀ, ਇਹਦਾ ਤੈਨੂੰ ਭੋਜਨ ਪਰੋਸ ਕੇ ਦਿੰਦੇ ਆ। ਇਸ ਤਰ੍ਹਾਂ ਦੀਆਂ ਤਰਕਾਂ ਮਾਰਨ। ਬੰਦਾ ਸਿੰਘ ਕਹਿੰਦਾ ਵੀ ਇਹ ਮੇਰੇ ਗੁਰੂ ਦਾ ਹੁਕਮ ਹੈ ਤੇ ਮੈਂ ਉਸ ਹੁਕਮ ਵਿੱਚ ਬੱਧਾ ਹੋਇਆ। ਕੋਈ ਗੱਲ ਨਹੀਂ, ਤੁਹਾਡੇ ਕੋਲ ਸ਼ਕਤੀ ਹੈ, ਸਮਾਂ ਆਏਗਾ ਤੁਸੀਂ ਪਛਤਾਓਗੇ, ਪਰ ਮੈਂ ਕਿਸੇ ਕੀਮਤ ਤੇ ਇਸ ਹੁਕਮ ਤੋਂ ਬਾਹਰ ਜਾ ਕੇ ਕਲਗੀਧਰ ਪਾਤਸ਼ਾਹ ਨੂੰ ਗੁਰੂ ਮੰਨਣੋਂ ਨਹੀਂ ਹਟ ਸਕਦਾ। ਮੇਰਾ ਗੁਰੂ ਕਲਗੀਧਰੀ ਹੈ, ਉਹ ਚਾਹਵੇ ਅੱਜ ਕੁਝ ਦਾ ਕੁਝ ਕਰ ਸਕਦਾ ਹੈ, ਕਿਉਂਕਿ ਇਹ ਸਤਿਗੁਰੂ ਦੀ ਏਡੀ ਵੱਡੀ ਕਲਾ ਹੈ। ਧਰਤੀ ਤੇ ਆਕਾਸ਼ ਚੜਾਵਾ, ਚੜੇ ਆਕਾਸ਼ ਗਰਾਵਾ, ਇਹ ਤੇ ਜੋ ਮਰਜ਼ੀ ਕਰ ਦੇਵੇ ਭਾਈ। ਇਸ ਲਈ ਸਤਿਗੁਰੂ ਪਾਤਸ਼ਾਹ ਦੀ ਰਹਿਮਤ ਵਿੱਚ ਪ੍ਰਸੰਨ ਰਹਿਣਾ ਹੀ ਸਾਨੂੰ ਗੁਰੂ ਦਾ ਹੁਕਮ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਭਗਤ ਨੇ ਭਾਈ, ਉਹ ਹੁਕਮ ਵਿੱਚ ਰਹਿੰਦੇ ਨੇ, ਉਹ ਉਹਦੇ ਹੁਕਮ ਤੋਂ ਬਾਹਰ ਨਹੀਂ ਜਾਂਦੇ, ਉਹਦੇ ਗੁਣਾਂ ਨੂੰ ਹੀ ਗਾਉਂਦੇ ਨੇ ਤੇ ਉਹਦੇ ਹੁਕਮ ਵਿੱਚ ਹੀ ਰਹਿੰਦੇ। ਭਾਵੇਂ ਦੁੱਖ ਲੱਗੇ, ਭਾਵੇਂ ਸੁੱਖ ਹੋਵੇ, ਭਾਵੇਂ ਨਿੰਦਾ ਹੋ ਜਾਏ, ਭਾਵੇਂ ਵਡਿਆਈ ਦੁਨੀਆ 'ਚ ਹੋ ਜਾਵੇ। ਜਿੰਨੇ ਭਗਤਾਂ ਦੀ ਬਾਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਆਪਾਂ ਨੂੰ ਉਪਦੇਸ਼ ਬਖਸ਼ਦੀ ਹੈ। ਬਾਣੀ ਪੜ੍ਹ ਕੇ ਵੇਖੋ ਤੇ ਉਹਨਾਂ ਭਗਤਾਂ ਦਾ ਜੀਵਨ ਪੜ੍ਹੋ। ਕਿਸੇ ਨੂੰ ਗੰਗਾ ਦੀਆਂ ਲਹਿਰਾਂ ਵਿੱਚ ਸੁੱਟਿਆ ਗਿਆ, ਕਿਸੇ ਨੂੰ ਹਾਥੀ ਮੂਹਰੇ ਸੁੱਟਿਆ ਗਿਆ, ਕਿਸੇ ਨੂੰ ਤਪਦੇ ਥੰਮ ਦੇ ਨਾਲ ਸਾੜਨ ਵਾਸਤੇ ਕਿਹਾ ਗਿਆ, ਕੀ ਕੁਝ ਨਹੀਂ ਵਾਪਰਿਆ। ਭਗਤ ਨੇਮ ਦੇ ਵਰਗਿਆਂ ਨੂੰ ਸ਼ਰਤਾਂ ਲਾ ਦਿੱਤੀਆਂ ਗਈਆਂ ਕਿ ਤੂੰ ਆ ਮਰੀ ਹੋਈ ਗਊ ਜਿਉਂਦੀ ਕਰ ਦੇ, ਨਹੀਂ ਤਾਂ ਇੱਥੇ ਹੀ ਤੈਨੂੰ ਗਰਦਨ ਕੱਟ ਕੇ ਮਾਰ ਦਾਂਗੇ। ਇਹੋ ਜਿਹੀਆਂ ਪਰਖਾਂ। ਪਰ ਉਹ ਤੇ ਆਪਣੇ ਮਾਲਕ ਦੇ ਹੁਕਮ ਵਿੱਚ, ਉਹਦੀ ਵਡਿਆਈ ਵਿੱਚ, ਉਹਦੇ ਵਿੱਚ ਪ੍ਰਸੰਨ ਰਹਿੰਦੇ ਨੇ। ਤੇ ਫਿਰ ਹੋਇਆ ਕੀ ਭਾਈ, ਜਿਹੜੇ ਉਹਦੇ ਹੁਕਮ ਵਿੱਚ ਰਹਿੰਦੇ ਨੇ ਫਿਰ ਹਰ ਜੁਗ ਜੁਗ ਭਗਤ ਪਾਇਆ। ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਫਿਰ ਸਤਿਗੁਰੂ ਪਾਤਸ਼ਾਹ ਜੀ ਆਪਣੇ ਭਗਤਾਂ ਦੀ ਰੱਖਿਆ ਕਰਦੇ, ਫਿਰ ਉਹਦੇ ਉੱਤੇ ਰਹਿਮਤ ਕਰਦੇ ਨੇ। ਜਿਹੜਾ ਉਹਦੇ ਹੁਕਮ ਨੂੰ ਮੰਨ ਲਵੇ ਨਾ, ਤੇ ਫਿਰ ਵਡਿਆਈ ਵੀ ਸਤਿਗੁਰੂ ਪਾਤਸ਼ਾਹ ਜੀ ਉਸੇ ਗੁਰਸਿੱਖ ਨੂੰ ਬਖਸ਼ ਦਿੰਦੇ ਨੇ। ਮਨ ਮੁਖ ਹੁਕਮ ਨ ਜਾਣ ਹੈ ਸਾਰਾ। ਜਿਹੜੇ ਮਨਮੁਖ ਨੇ ਨਾ, ਜਿਨ੍ਹਾਂ ਨੇ ਗੁਰੂ ਵਾਲੇ ਪਾਸੇ ਮੁਖ ਕੀਤਾ ਹੀ ਨਹੀਂ, ਆਪਣੇ ਮਨ ਨੂੰ ਹੀ ਮੁਖੀ ਬਣਾ ਕੇ ਬੈਠੇ ਨੇ, ਤੇ ਉਹ ਭਾਈ ਹੁਕਮ ਦੀ ਸਾਰ ਨੂੰ ਜਾਣਦੇ, ਸਿਧਾਂਤ ਨੂੰ ਸਮਝੇ ਹੀ ਨਹੀਂ ਕਿ ਪਰਮਾਤਮਾ ਦਾ ਹੁਕਮ ਮੰਨਣਾ ਵੀ ਚਾਹੀਦਾ ਹੈ। ਹੁਕਮੇ ਮੰਨੇ ਹੁਕਮੇ ਵਡਿਆਈ। ਚਾਹੀਦਾ ਤਾਂ ਇਹ ਸੀ ਕਿ ਜੇ ਹੁਕਮ ਮੰਨ ਲੈਂਦਾ ਤੇ ਉਹਦੇ ਵਿੱਚ ਹੀ ਉਹਦੀ ਵਡਿਆਈ ਸੀ, ਤੇ ਉਹਦੇ ਵਿੱਚ ਹੀ ਵੱਡੇ ਕੀਆਂ ਵਡਿਆਈਆਂ, ਕੁਝ ਕਹਿਣਾ ਕਹਿਣ ਨਾ ਜਾਈ, ਉਹਦੀਆਂ ਵਡਿਆਈਆਂ ਦਾ ਭੰਡਾਰ ਵੀ ਪ੍ਰਾਪਤ ਹੋਣਾ ਸੀ। ਹੁਕਮੇ ਵੇ ਪਰਵਾਹ ਹੈ। ਜੇ ਸਮਝ ਲੈਂਦੇ ਕਿ ਉਹ ਭਾਈ ਬੇਪਰਵਾਹ ਹੈ, ਸਤਿਗੁਰੂ ਅਕਾਲ ਪੁਰਖ ਵਾਹਿਗੁਰੂ, ਉਹਦਾ ਹੁਕਮ ਵੀ ਬੇਪਰਵਾਹ ਹੈ। ਇਹ ਤੇ ਪਤਾ ਨਹੀਂ ਭਾਈ, ਅੱਜ ਵੱਡੀਆਂ ਵੱਡੀਆਂ ਜਿਹਦੇ ਤੇ ਬਖਸ਼ਾਂ ਦਿਸਦੀਆਂ ਨਜ਼ਰ ਆਉਂਦੀਆਂ ਸਾਨੂੰ ਇਸ ਦੁਨਿਆਵੀ ਅੱਖਾਂ ਦੇ ਨਾਲ, ਤੇ ਕੱਲ ਨੂੰ ਹੀ ਉਹ ਭਿਖਾਰੀ ਬਣੇ ਨਜ਼ਰ ਆਉਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਇਹ ਹੁਕਮ ਹੈ ਕਿ ਭਾਈ ਕਿਸੇ ਮੂਰਖ ਨੂੰ, ਕਿਸੇ ਕੰਗਾਲ ਨੂੰ ਭਿਖਾਰੀ ਨੂੰ ਰਾਜ ਦੇ ਸਕਦਾ ਹੈ, ਭਿਖਾਰੀ ਤੇ ਰਾਜ ਕਰਾਵੇ। ਕਿਸੇ ਭਿਖਾਰੀ ਨੂੰ ਰਾਜਾ ਬਣਾ ਸਕਦਾ ਹੈ, ਰਾਜਾ ਤੇ ਭਿਖਾਰੀ, ਤੇ ਕਿਸੇ ਰਾਜ ਕਰਦੇ ਨੂੰ ਭਿਖਾਰੀ ਬਣਾ ਸਕਦਾ। ਇਹ ਤੇ ਉਹਦੇ ਹੁਕਮ ਹੈ ਨਾ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਹੁਕਮ ਮੰਨਾਂਗੇ ਤੇ ਇਹਦਾ ਹੁਕਮ ਇੰਨਾ ਅਪਾਰ ਹੈ, ਪਾਰਾਵਾਰ ਤੋਂ ਰਹਿਤ ਹੈ।
ਪ੍ਰਾਪਤ ਕਰ ਲਏਗਾ। ਦੁਨੀਆ ਦੀ ਦੌਲਤ ਨਾਲੋਂ, ਦੁਨੀਆ ਦੇ ਰਤਨਾਂ ਨਾਲੋਂ ਨਾਤਾ ਤੋੜ ਲਵੇਗਾ। ਸਭ ਜਗ ਮਹਿ ਵਰਤੈ ਏਕੋ ਸੋਈ। ਸਾਰੇ ਸੰਸਾਰ ਵਿੱਚ ਉਸ ਦੀ ਸੋਈ ਵਡਿਆਈ ਮਹਿਮਾ ਉਸ ਦੀ ਸਾਰੀ ਦੁਨੀਆ ਤੇ ਵਰਤ ਰਹੀ ਹੈ। ਗੁਰ ਪ੍ਰਸਾਦੀ ਪ੍ਰਗਟ ਹੋਈ। ਇਹ ਭਾਈ ਗੁਰੂ ਦੀ ਰਹਿਮਤ ਹੋ ਜਾਵੇ ਨਾ, ਤੇ ਫਿਰ ਸਾਡਾ ਮਨ ਇਸ ਵਡਿਆਈ ਨੂੰ ਮੰਨ ਲਵੇ ਕਿ ਇਹ ਪ੍ਰਮਾਤਮਾ ਦੀ ਵਡਿਆਈ ਹੈ। ਕਈ ਵਾਰ ਪ੍ਰਮਾਤਮਾ ਨੂੰ ਜਦੋਂ ਭਾਉਂਦਾ ਨਾ, ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਜਦੋਂ ਆਪਣੀ ਵਡਿਆਈ ਭਾਉਂਦੀ ਹੁੰਦੀ, ਕਈ ਵਾਰੀ ਜਨਾਂ ਦਾ ਵੀ ਜੈ ਜੈਕਾਰ ਕਰਾ ਦਿੰਦਾ ਹੈ, ਪਰ ਉਹਨਾਂ ਜਨਾਂ ਨੂੰ ਪਤਾ ਹੁੰਦਾ ਵੀ ਵਡਿਆਈ ਮੇਰੀ ਨਹੀਂ, ਇਹ ਤੇ ਉਹਦੀ ਆਪਦੀ ਹੈ। ਸ਼ਬਦ ਸਲਾਹ ਹੈ ਸੇ ਜਨ ਨਿਰਮਲ। ਜਿਹੜੇ ਭਾਈ ਸ਼ਬਦ ਦੀ ਸਲਾਹਤ ਕਰਦੇ ਨੇ, ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ। ਨਿਜ ਕਰ ਵਾਸਾ ਤਾਹਾ ਹੈ। ਉਹਨਾਂ ਦਾ ਭਾਈ ਫਿਰ ਨਿਜ ਸਰੂਪ ਦੇ ਵਿੱਚ ਪ੍ਰਵੇਸ਼ ਹੋ ਜਾਂਦਾ, ਵਾਸਾ ਹੋ ਜਾਂਦਾ ਹੈ। ਸਦਾ ਭਗਤ ਤੇਰੀ ਸਰਣਾਈ। ਭਗਤ ਤੇਰੀ ਸ਼ਰਨ ਦੇ ਵਿੱਚ ਹੈ। ਭਾ ਮਹਾਰਾਜ ਤੇਰੀ ਸ਼ਰਨ ਤੋਂ ਬਾਹਰ ਨਹੀਂ ਹਨ। ਆਗਮ ਅਗੋਚਰ ਕੀਮਤ ਨਹੀਂ ਪਾਈ। ਉਹ ਗਮਤਾ ਤੋਂ ਰਹਿਤ ਹੈ, ਉਹਦੀ ਕੀਮਤ ਕੋਈ ਨਹੀਂ ਪਾ ਸਕਦਾ। ਜੋ ਤੁਧ ਭਾਵੈ ਤਿਉ ਤੂੰ ਰੱਖ ਹੈ। ਮਹਾਰਾਜ ਜਿਵੇਂ ਆਪ ਜੀ ਨੂੰ ਭਾਉਂਦਾ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ, ਜਿਵੇਂ ਆਪ ਜਾਵੇ ਨਾ, ਤੇ ਫਿਰ ਸਾਡਾ ਮਨ ਇਸ ਵਡਿਆਈ ਨੂੰ ਮੰਨ ਲਵੇ ਕਿ ਇਹ ਪ੍ਰਮਾਤਮਾ ਦੀ ਵਡਿਆਈ ਹੈ। ਕਈ ਵਾਰ ਪ੍ਰਮਾਤਮਾ ਨੂੰ ਜਦੋਂ ਭਾਉਂਦਾ ਨਾ, ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਜਦੋਂ ਆਪਣੀ ਵਡਿਆਈ ਭਾਉਂਦੀ ਹੁੰਦੀ, ਕਈ ਵਾਰੀ ਜਨਾਂ ਦਾ ਵੀ ਜੈ ਜੈਕਾਰ ਕਰਾ ਦਿੰਦਾ ਹੈ, ਪਰ ਉਹਨਾਂ ਜਨਾਂ ਨੂੰ ਪਤਾ ਹੁੰਦਾ ਵੀ ਵਡਿਆਈ ਮੇਰੀ ਨਹੀਂ, ਇਹ ਤੇ ਉਹਦੀ ਆਪਦੀ ਹੈ। ਸ਼ਬਦ ਸਲਾਹ ਹੈ ਸੇ ਜਨ ਨਿਰਮਲ। ਜਿਹੜੇ ਭਾਈ ਸ਼ਬਦ ਦੀ ਸਲਾਹਤ ਕਰਦੇ ਨੇ, ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ। ਨਿਜ ਕਰ ਵਾਸਾ ਤਾਹਾ ਹੈ। ਉਹਨਾਂ ਦਾ ਭਾਈ ਫਿਰ ਨਿਜ ਸਰੂਪ ਦੇ ਵਿੱਚ ਪ੍ਰਵੇਸ਼ ਹੋ ਜਾਂਦਾ, ਵਾਸਾ ਹੋ ਜਾਂਦਾ ਹੈ। ਸਦਾ ਭਗਤ ਤੇਰੀ ਸਰਣਾਈ। ਭਗਤ ਤੇਰੀ ਸ਼ਰਨ ਦੇ ਵਿੱਚ ਹੈ। ਭਾ ਮਹਾਰਾਜ ਤੇਰੀ ਸ਼ਰਨ ਤੋਂ ਬਾਹਰ ਨਹੀਂ ਹਨ। ਆਗਮ ਅਗੋਚਰ ਕੀਮਤ ਨਹੀਂ ਪਾਈ। ਉਹ ਗਮਤਾ ਤੋਂ ਰਹਿਤ ਹੈ, ਉਹਦੀ ਕੀਮਤ ਕੋਈ ਨਹੀਂ ਪਾ ਸਕਦਾ। ਜੋ ਤੁਧ ਭਾਵੈ ਤਿਉ ਤੂੰ ਰੱਖ ਹੈ। ਮਹਾਰਾਜ ਜਿਵੇਂ ਆਪ ਜੀ ਨੂੰ ਭਾਉਂਦਾ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ, ਜਿਵੇਂ ਆਪ ਜੀ ਨੂੰ ਭਾਉਂਦਾ ਐਵੇਂ ਹੀ ਰੱਖਣਾ ਕਰੋ ਜੀ। ਗੁਰਮੁਖ ਨਾਮ ਧਿਆਹਾ ਹੈ। ਗੁਰਮੁਖ ਮਹਾਰਾਜ ਤੇਰੇ ਨਾਮ ਨੂੰ ਧਿਆਉਂਦੇ ਹਨ, ਧਿਆਉਂਦੇ ਰਹਿਣਗੇ। ਸਦਾ ਸਦਾ ਤੇਰੇ ਗੁਣ ਗਾਵਾਂ। ਮਹਾਰਾਜ